ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਮੁਤਾਬਕ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਇਹਦੇ ਅਰਥ ਨੇ ਵੀ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਚਰਨ ਪੈ ਔਰ ਉਸ ਧਰਤੀ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੇ ਛੋਹਿਆ, ਉਹ ਮਿੱਟੀ ਇੰਨੀ ਪਾਕ ਹੋ ਜਾਂਦੀ ਹੈ, ਇੰਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਗੁਰੂ ਕਾ ਸਿੱਖ ਨੂੰ ਆਪਣੇ ਮੱਥੇ ਤੇ ਲਾਵੇ ਉਹਦੀ ਤਕਦੀਰ ਤੇ ਤਸਵੀਰ ਬਦਲ ਜਾਂਦੀ ਹੈ। ਇਹ ਗੱਲ ਕਹਿਣ ਮਾਤਰ ਨਹੀਂ, ਗੁਰੂ ਤਾਂ ਹੈ ਹੀ ਸਮਰੱਥ। ਆਪਾਂ ਰੋਜ਼ਾਨਾ ਨੇਮ ਦੀ ਕਿਰਿਆ ਵਿੱਚ ਰਾਤ ਨੂੰ ਸੌਣ ਲੱਗਿਆਂ ਪੰਕਤੀਆਂ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇਹ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ, ਦੁਆ ਕਰਦਾ, ਮੈਨੂੰ ਕਿਤੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਮਿਲ ਜਾਏ। ਮਿੱਤਰੋ, ਰਾਏ ਭੋਏ ਦੀ ਤਲਵੰਡੀ ਇੱਕ ਸਧਾਰਨ ਨਗਰ ਸੀ। ਉਸ ਨਗਰ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਲਿਆ, ਬਣ ਗਿਆ ਨਨਕਾਣਾ ਸਾਹਿਬ। ਨਾਗੇ ਦੀ ਸਰਾਂ ਅਸੀਂ ਆਮ ਕਰਕੇ ਭੁਲੇਖਾ ਖਾਨੇ ਵੀ ਸ਼ਾਇਦ ਕੋਈ ਨਾਗਾ ਸਾਧ ਹੋਵੇ, ਲੇਕਿਨ ਗ੍ਰੰਥਾਂ ਦਾ ਮੁਤਾਲਿਆ ਕਰਨ ਤੋਂ ਪਤਾ ਚੱਲਿਆ ਵੀ ਉੱਥੇ ਕਦੇ ਨਗੀਨਿਆਂ ਦਾ ਵਪਾਰ ਹੁੰਦਾ ਸੀ। ਔਰ ਉਸ ਨਗਰ ਵਿੱਚ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਅੱਜ ਸਾਡਾ ਸਿਰ ਝੁਕਦਾ ਹੈ। ਬੰਡਾਲੀ ਇੱਕ ਆਮ ਨਗਰ ਹੈ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਤੇ ਬਣ ਗਿਆ ਬੰਡਾਲੀ ਸਾਹਿਬ। ਪਹਿਲਾ ਬੰਡਾਲੀ, ਮੁੜ ਕੇ ਸਾਹਿਬ ਦੀ ਚਰਨ ਛੋਹ ਦੇ ਨਾਲ ਉਹ ਬੰਡਾਲੀ ਸਾਹਿਬ ਬਣ ਗਿਆ। ਇਸ ਕਰਕੇ ਗੁਰਮੁਖੋ, ਤਮਾਮ ਧਰਮ ਗ੍ਰੰਥਾਂ ਦਾ ਮੁਤਾਲਿਆ ਕਰੀਏ, ਇਕੱਲਾ ਸਿੱਖ ਮਤ ਨਹੀਂ, ਹਰ ਮਜ਼ਹਬ ਦੇ ਵਿੱਚ ਰੱਬੀ ਕਲਾਮ ਦਾ ਪਾਣੀ ਤੇ ਮਿੱਟੀ ਤੇ ਅਸਰ ਮੰਨਿਆ। ਜਿਹੜੀ ਰੱਬੀ ਕਲਾਮ ਹੈ ਨਾ, ਜਿਹਨੂੰ ਆਪਾਂ ਦੈਵੀ ਕਲਾਮ ਕਹਿ ਦਿੰਦੇ ਆ, ਉਹਦਾ ਮਿੱਟੀ ਤੇ ਪਾਣੀ ਤੇ ਅਸਰ ਮੰਨਿਆ। ਮੌਕਾ ਨਹੀਂ ਕਿ ਮੈਂ ਉਹਨੂੰ ਖੁਲਾਸੇ ਸਹਿਤ ਕਹਾਂ। ਮੁਸਲਮਾਨਾਂ ਦੇ ਵਿੱਚ, ਇਸਲਾਮ ਧਰਮ ਵਿੱਚ ਇਹਨਾਂ ਦਾ ਵਡੇਰਾ ਹੋਇਆ ਇਬਰਾਹੀਮ ਪੈਗੰਬਰ, ਔਰ ਉਸ ਇਬਰਾਹੀਮ ਪੈਗੰਬਰ ਦੀ 48ਵੀਂ ਪੀੜ੍ਹੀ ਵਿੱਚ ਹੋਇਆ ਈਸਾ ਮਸੀਹ। ਉਸ ਇਬਰਾਹੀਮ ਪੈਗੰਬਰ ਦੀਆਂ ਦੋ ਧਰਮ ਪਤਨੀਆਂ ਸਨ। ਇੱਕ ਦੀ ਕੁੱਖ ਤੋਂ ਇਸਹਾਕ ਪੈਦਾ ਹੋਇਆ, ਇੱਕ ਤੋਂ ਇਸਮਾਈਲ ਪੈਦਾ ਹੋਇਆ। ਤੇ ਜਦੋਂ ਇਸਮਾਈਲ ਪੈਦਾ ਹੋਇਆ, ਕਹਿੰਦੇ ਉੱਥੇ ਪਾਣੀ ਨਹੀਂ ਸੀ, ਔਰ ਬੱਚੇ ਨੇ ਜਦੋਂ ਛੜੀਆਂ ਮਾਰੀਆਂ, ਉਹ ਅਧਿਆਤਮਿਕ ਪੁਰਖ ਸੀ। ਕਹਿੰਦੇ ਉਹਦੇ ਪੈਰਾਂ ਦੇ ਨਾਲ ਧਰਤੀ ਤੇ ਮਾਰਨ ਦੇ ਨਾਲ ਆਬੇ ਜਮ ਹੋਇਆ, ਜਿਹਨੂੰ ਮੁਸਲਮਾਨ ਭਰਾ ਬੜਾ ਪਾਕ ਕਰਕੇ ਉਹ ਜਲ ਛਕਦੇ ਹਨ। ਆਬੇ ਜਮ। ਇਸੇ ਤਰ੍ਹਾਂ ਗੁਰਮੁਖੋ, ਜਿਹੜੀ ਚੀਜ਼ ਨੂੰ ਗੁਰੂ ਛੋਹ ਜਾਏ, ਆਮ ਸਧਾਰਨ ਜਾਣ ਤੇ ਆਪਾਂ ਕਹਿੰਦੇ ਜੰਡ ਸਾਹਿਬ। ਪੱਥਰ ਦੇ ਅਸੀਂ ਪੁਜਾਰੀ ਨਹੀਂ, ਆਪਾਂ ਪੜ੍ਹਦੇ ਹਾਂ ਜੋ ਪਾਨ ਕੀ ਪਾਈ ਪਾਏ, ਤਿਲ ਕੀ ਤਿਨ ਕੀ ਕਾਲ ਅਜਾਈ ਜਾਏ। ਸਾਡੇ ਸਤਿਗੁਰੂ ਪਾਤਸ਼ਾਹ ਨੇ ਪੱਥਰ ਨੂੰ ਹੱਥ ਲਾਇਆ ਤੇ ਬਣ ਗਿਆ ਪੰਜਾ ਸਾਹਿਬ। ਆਪਾਂ ਯਾਤਰਾ ਕਰਨ ਜਾਂਦੇ ਆ, ਅਸੀਂ ਦਰਖਤਾਂ ਦੇ ਪੁਜਾਰੀ ਨਹੀਂ, ਲੇਕਿਨ ਗੁਰੂ ਬਾਬੇ ਨੇ ਕੌੜੇ ਰੇਠੇ ਵੱਲ ਤੱਕਿਆ, ਬਣ ਗਿਆ ਰੇਠਾ ਸਾਹਿਬ। ਔਰ ਅੱਜ ਵੀ ਉਹ ਪ੍ਰਸ਼ਾਦ ਵਰਤਦਾ ਹੈ। ਤੋ ਗੁਰਮੁਖੋ, ਇਸ ਥਾਂ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਚਰਨ ਪੈ, ਇਸ ਥਾਂ ਤੇ ਆਪਾਂ ਆ ਕਰਕੇ ਆਪਣੀ ਤਕਦੀਰ ਤੇ ਤਸਵੀਰ ਨੂੰ ਬਦਲਣਾ ਹੈ।
ਹੁਣੇ ਹੀ ਭਾਈ ਸਰਵਣ ਸਿੰਘ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਦੀ ਗੁਰੂ ਨੇ ਤਕਦੀਰ ਵੀ ਬਦਲ ਦਿੱਤੀ, ਤਸਵੀਰ ਵੀ ਬਦਲ ਦਿੱਤੀ। ਤਕਦੀਰ ਕਰਮ ਤੇ ਤਸਵੀਰ। ਹੋ ਸਕਦਾ ਸੀ ਕਿ ਕੋਈ ਕਟਿੰਗ ਕਰਾਉਂਦਾ ਹੋਵੇ, ਪਰ ਉਹ ਸਾਬਤ ਸੂਰਤ ਹੋ ਜਾਏਗਾ। ਗੁਰੂ ਨੇ ਤਕਦੀਰ ਤੇ ਤਸਵੀਰ ਵੀ ਬਦਲ ਦਿੱਤੀ। ਰੋਹ ਵਿਚਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਮੈਨੂੰ ਕਹਿਣ ਲਈ ਹੁਕਮ ਹੋਇਆ ਹੈ। ਆਪਾਂ ਆਸਾ ਦੀ ਵਾਰ ਦੀਆਂ ਪੰਕਤੀਆਂ ਪੜ੍ਹਦੇ ਹਾਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਚਨ ਬਾਝਦੇ ਹਾਂ। ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ, ਸੁਰਗਾਂ ਮਛ ਪਿਆਲ ਜੀਓ। ਤੂੰ ਜੋਗੀਆਂ ਵੇ ਜੋਗੀ, ਭੋਗੀਆਂ ਚ ਭੋਗੀ, ਪਰ ਤੇਰੇ ਸੁਰਗ ਤੇ ਪਤਾਲ ਵਾਲੇ ਵੀ ਤੇਰਾ ਅੰਤ ਨਹੀਂ ਪਾ ਸਕੇ। ਇਸ ਕਰਕੇ ਮੈਂ ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਕੁਝ ਸਾਖੀਆਂ, ਕੁਝ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਾਂਗਾ। ਮੈਂ 13ਵੀਂ ਜਮਾਤ ਵਿੱਚ ਇੱਕ ਲੇਖ ਪੜ੍ਹਿਆ, ਮੇਰੇ ਮਨ ਤੇ ਬੜੀ ਦਰਦ ਹੈ। ਮੈਂ ਇਹ ਥਾਂ ਤੇ ਤਾਂ ਸੁਣਾਉਣਾ ਹੈ। ਉਹ ਕਹਿੰਦਾ ਜਿਹੜੀ ਰੂਹਾਨੀਅਤ ਦੀ ਗੰਗਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਬਣੀ ਸੀ ਨਾ, ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਜੰਗਾਂ ਤੇ ਯੁੱਧਾਂ ਦਾ ਅਖਾੜਾ ਬਣ ਗਈ। ਇਹ ਸਰ ਜਾਦੂ ਨਾਥ ਸਰਕਾਰ, ਉਹਦਾ ਲੇਖ ਸਾਨੂੰ ਬਕਾਇਦਾ ਕਾਗਜ਼ ਵਿੱਚ ਲੱਗਾ, ਅਸੀਂ ਪੜ੍ਹਿਆ, ਪਰ ਉਹ ਭੁਲੇਖਾ ਖਾ ਜਾਂਦਾ ਹੈ। ਜਿੰਨਾ ਗੁਰਬਾਣੀ ਦਾ ਅਦਬ ਸਾਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੱਸਿਆ, ਆਪਾਂ ਤਾਂ ਕਰ ਹੀ ਨਹੀਂ ਸਕੇ। ਅੱਜ ਸਾਡੇ ਕੋਲ ਬਹਾਨਾ ਹੈ, ਗਿਆਨੀ ਜੀ ਗੋਡੇ ਨਹੀਂ ਮੁੜਦੇ, ਕੀ ਕਰੀਏ, ਕੁਰਸੀ ਤੇ ਬਹਿਣਾ ਪੈਂਦਾ, ਬੈਂਚ ਤੇ ਬਹਿਣਾ ਪੈਂਦਾ। ਉਹ ਕੁਰਸੀ ਤੇ ਬੈਂਚ ਤੇ ਬਹਿਣ ਵਾਲਿਓ ਭਰਾਓ, ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੋਲੋਂ ਗੁਰਬਾਣੀ ਦਾ ਅਦਬ ਸਿੱਖੋ। ਮੇਰੇ ਕੋਲੋਂ ਨਹੀਂ, ਮੈਂ ਤਾਂ ਗੁਰੂ ਕਰਦਾ ਮੰਗਤਾ ਤੇ ਕੂਕਰਾਂ, ਮੇਰੀ ਕੀ ਤਾਕਤ ਹੈ ਮੈਂ ਤੁਹਾਨੂੰ ਕਹਾਂ। ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਪੁੱਛ ਕੇ ਵੇਖੋ। ਜੰਗ ਜਿੱਤਿਆ ਹਰਗੋਬਿੰਦਪੁਰ ਸਾਹਿਬ ਦਾ ਗੁਰੂ ਕਾ ਇਤਿਹਾਸ ਜਿਹੜਾ ਨਾ, ਇੱਕ ਕਹਾਵਤ ਆਉਂਦੀ ਹੈ, ਜੈਸੇ ਪੇਲ ਕੇਲੇ ਕੀ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਜਿਵੇਂ ਕੇਲੇ ਦੇ ਬੂਟੇ ਨੂੰ ਆਪਾਂ ਛਿੱਲਦੇ ਹਾਂ ਤੇ ਪੱਤੇ ਚੋਂ ਪੱਤਾ ਨਿਕਲਦਾ ਨਾ, ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਤੇ ਸਿਧਾਂਤ ਚੋਂ ਸਿਧਾਂਤ ਨਿਕਲੀ ਆਉਂਦਾ। ਤੁਸੀਂ, ਮੈਂ ਇਹ ਗੱਲ ਤਾਂ ਮੈਂ ਸਪਸ਼ਟੀਕਰਨ ਦੇ ਰਿਹਾ। ਕਈ ਨੇ ਕਹਿਣਾ ਗਿਆਨੀ ਜੀ ਗੱਲ ਤੁਸੀਂ ਹੋਰ ਕੀ, ਤੁਸੀਂ ਦੂਜੇ ਪਾਸੇ ਚਲੇ ਗਏ। ਗੁਰੂ ਦਾ ਇਤਿਹਾਸ ਹੀ ਇੰਨਾ ਵਿਸ਼ਾਲ ਹੈ, ਕੋਈ ਬੰਦਾ ਉਹ ਜਾਂਦਾ, ਮੈਂ ਸੁਣਾਵਾਂ ਕੀ। ਜੰਗ ਜਿੱਤਿਆ ਹਰਗੋਬਿੰਦਪੁਰ ਸਾਹਿਬ ਦਾ, ਆਪਾਂ ਖੁਸ਼ੀ ਕਰਨੀ ਹੈ। ਅੱਜ ਆਪਾਂ ਖੁਸ਼ੀਆਂ ਕਰਦੇ ਹਾਂ ਸਿਰਾਂ ਤੋਂ ਦੁਪੱਟੇ ਲਾ ਕੇ, ਅੱਜ ਖੁਸ਼ੀਆਂ ਕਰਦੇ ਹਾਂ ਭੰਗੜੇ ਪਾ ਕੇ, ਅੱਜ ਖੁਸ਼ੀਆਂ ਕਰਦੇ ਹਾਂ ਜ਼ਬਾਨ ਦੇ ਚਸਕੇ ਕਰਕੇ। ਜੇ ਖੁਸ਼ੀ ਸਿੱਖਣੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੋਲੋਂ ਸਿੱਖੋ। ਕਹਿੰਦੇ ਗੁਰਮੁਖੋ, ਤੁਹਾਡੇ ਚੋਂ ਹੈ ਕੋਈ ਗੁਰੂ ਕਾ ਲਾਲ, ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਵੇ ਟਿੱਕੇ ਨੀਵੀਆਂ ਪੈ ਗਈਆਂ। ਆਖਰ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਮਿਹਰ ਕਰ, ਕਿਰਪਾ ਕਰ, ਮੈਂ ਤੇ ਤੁਹਾਡਾ ਚਰਨ ਸੇਵਕ ਹਾਂ। ਮੈਂ ਬਲਾਵਰ ਰਾਗ ਵਿੱਚ ਪੜਿਆ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤਿਰ ਪਵਨ ਸੂਝਿਆ, ਗੁਰ ਭੇਟ ਪਨੀਤਾ। ਮੇਰੇ ਤੇ ਰਹਿਮਤ ਕਰ, ਮੈਂ ਸੇਵਾ ਕਰਾਂ। ਦੀਨ ਦੁਨੀਆ ਦਾ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਜਿਹਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਆਪ ਨੀਵੇਂ ਥਾਂ ਤੇ ਬੈਠਾ, ਨੀਵੇਂ ਥਾਂ ਤੇ। ਭਾਈ ਗੋਪਾਲੇ ਵਾਸਤੇ ਇੱਕ ਉੱਚਾ ਆਸਣ ਬਣਾਇਆ। ਆ ਜਿਹੜੀ ਸਟੇਜ ਹੈ ਨਾ, ਇਹ ਚਮੜੇ ਦਾ ਸਤਿਕਾਰ ਨਹੀਂ, ਇਹ ਸ਼ਬਦ ਦਾ ਸਤਿਕਾਰ ਹੈ। ਕਿਉਂਕਿ ਸਾਨੂੰ ਹਦਾਇਤ ਹੈ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨੰ। ਸ਼ਬਦ ਹੀ ਸਭ ਕੁਝ ਹੈ, ਸ਼ਬਦ ਹੀ ਪ੍ਰਮਾਤਮਾ ਹੈ। ਨਿੱਕਾ ਜਿਹਾ ਬੱਚਾ ਕੀਰਤਨ ਕਰਦਾ, ਆਪਾਂ ਨੂੰ ਉੱਚੀ ਥਾਂ ਤੇ ਬਿਠਾਉਣੇ ਆ।
ਸਾਡੀ ਬੱਚੀ, ਸਾਡੀ ਭੈਣ, ਸਾਡੀ ਧੀ ਕੀਰਤਨ ਕਰਦੀ, ਉਹਨੂੰ ਉੱਚੇ ਥਾਂ ਤੇ ਬਿਠਾਉਣੇ ਆ। ਚਮੜੇ ਦਾ ਸਤਿਕਾਰ ਨਹੀਂ, ਸ਼ਬਦ ਦਾ ਸਤਿਕਾਰ ਹੈ। ਉਹਦੇ ਤੋਂ ਬਾਅਦ ਉਹ ਥੱਲੇ ਬੈਠੇਗਾ, ਜੇ ਬਹਿੰਦਾ ਤੇ ਆਪਾਂ ਇਤਰਾਜ਼ ਕਰਾਂਗੇ ਵੀ ਹੁਣ ਤੂੰ ਕਿਉਂ ਬੈਠਾ ਭਾਈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇੱਕ ਤਖਤ ਬਣਾਇਆ, ਜਿਹਦਾ ਨਾਮ ਅਕਾਲ ਤਖਤ। ਕਾਲ ਦਾ ਭਾਵ ਹੁੰਦਾ ਸਮਾਂ, ਅਕਾਲ ਦਾ ਭਾਵ ਸਮੇਂ ਤੋਂ ਉੱਪਰ, ਜਿਹੜਾ ਸਮੇਂ ਨਾਲ ਬਦਲੇਗਾ ਨਹੀਂ। ਆਪਾਂ ਪੜ੍ਹਦੇ ਹਾਂ ਕਿਉਂਕਿ ਸਾਰਾ ਵਾਤਾਵਰਨ ਕਾਲ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਤ੍ਰੇਤੇ ਦਾ ਅਵਤਾਰ ਰਾਮਚੰਦਰ ਜੀ ਮਹਾਰਾਜ, ਦੁਆਪਰ ਦੇ ਅਵਤਾਰ ਕ੍ਰਿਸ਼ਨ ਮਹਾਰਾਜ। ਲੇਕਿਨ ਜਿਹੜਾ ਅਕਾਲ ਹੈ ਨਾ, ਉਹ ਤ੍ਰੇਤੇ ਦੁਆਪਰ ਤੋਂ ਉੱਪਰ, ਉਹ ਸਦੀਵੀ ਤੌਰ ਤੇ ਰਹੇਗਾ। ਕਾਲ ਸਮੇਂ ਦੇ ਅਧੀਨ, ਅਕਾਲ ਸਮੇਂ ਤੋਂ ਉੱਪਰ। ਸਮੇਂ ਤੋਂ ਉੱਪਰ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਸੀ, ਸੱਚ ਹੈ, ਸੱਚ ਹੋਵੇਗਾ। ਉਸ ਅਕਾਲ ਤਖਤ ਦੀ ਸੇਵਾ ਕਰਨ ਵਾਲਾ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਿਰਜਣਾ ਕੀਤੀ। ਕਿੰਨਾ ਮਹਾਨ ਤਖਤ ਹੈ। ਲਿਖਿਆ ਅਵਰ ਕਿਸੀ ਨਾ ਹਾਥ ਲਗਾਇਓ, ਬੁੱਢਾ ਹੋ ਗੁਰਦਾਸ ਫੜਾਇਓ। ਇਹ ਨਹੀਂ ਵੀ ਜਿਹੜਾ ਮਰਜੀ ਇੱਟਾਂ ਫੜਾਈ ਗਿਆ। ਬਾਬਾ ਬੁੱਢਾ ਸਾਹਿਬ ਜੀ ਇੱਟਾਂ ਫੜਾਉਂਦੇ ਨੇ, ਭਾਈ ਗੁਰਦਾਸ ਜੀ ਚੂਨਾ ਤਿਆਰ ਕਰਦੇ, ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਚੜਾਈ ਕਰਦੇ ਹਨ। ਇਸ ਤਖਤ ਨੂੰ ਢਾਉਣ ਵਾਸਤੇ ਅੱਜ ਤੱਕ 5 ਵਾਰ ਯਤਨ ਹੋਏ। ਤਖਤ ਅੱਜ ਵੀ ਹੈ, ਲੇਕਿਨ ਤਖਤਾਂ ਨੂੰ ਢਾਉਣ ਵਾਲੇ ਲੱਭਦੇ ਨਹੀਂ। ਇਹ ਗੱਲ ਵਿੱਚੋਂ ਸੁਭਾਵਿਕ ਆਈ, ਮੈਂ ਲਾ ਕੇ ਨਹੀਂ ਕਿ ਸੁਭਾਵਿਕ ਆ ਗਈ। ਉਸ ਅਕਾਲ ਤਖਤ ਦੀ ਸਿਰਜਣਾ ਕਰਨ ਵਾਲੇ ਮੇਰੇ ਪਾਤਸ਼ਾਹ ਆਪ ਨੀਵੀਂ ਥਾਂ ਤੇ, ਭਾਈ ਗੋਪਾਲਾ ਉੱਚੀ ਥਾਂ ਤੇ, ਗੁਰੂ ਕਾ ਸਿੱਖ ਜਪਜੀ ਦਾ ਪਾਠ ਕਰ ਰਿਹਾ। ਮੈਂ ਤਕਰੀਬਨ ਮੰਜੀ ਸਾਹਿਬ ਆਪ ਜੀ ਨੂੰ ਬੇਨਤੀ ਕਰਦਾ ਰਹਿਣਾ, ਹੁਣ ਵੀ ਬੇਨਤੀ ਕਰਾਂਗਾ। ਪੱਪਾ ਪੈਸਾ, ਪੱਪਾ ਪਦਾਰਥ, ਪੱਪਾ ਪਤਨੀ, ਪੱਪਾ ਪਰਮੇਸ਼ਰ। ਪੈਸੇ, ਪਤਨੀ ਤੇ ਪੁੱਤਰ ਨੂੰ ਛੱਡ ਕੇ ਪਰਮੇਸ਼ਰ ਦੀ ਮੰਗ ਕਰਿਆ ਕਰੇ। ਪਰਮੇਸ਼ਰ ਤੋਂ ਭਾਵ ਪਰਮ ਈਸ਼ਰ, ਸੁਪਰੀਮ ਪਾਵਰ। ਜੇ ਸੁਪਰੀਮ ਪਾਵਰ ਨਾਲ ਜੁੜ ਗਏ ਤੇ ਆਟੋਮੈਟਿਕਲੀ ਸਾਰਾ ਕੁਝ ਆ ਜਾਏਗਾ। ਆਪਾਂ ਗੁਰੂ ਕੋਲ ਜਦੋਂ ਆਉਨੇ ਆ ਨਾ, ਲਿਸਟ ਬਣਾ ਕੇ ਆਉਨੇ ਆ, ਮਾਣ ਮੰਗੂ, ਤਾਣ ਮੰਗੂ, ਧਨ ਲక్ష్ਮੀ ਸੁੱਤ ਦੇ, ਇਹਨਾਂ ਚੋਂ ਇੱਕ ਵੀ ਨਾਲ ਨਹੀਂ ਜਾਣਾ। ਮਾਣ ਮੇਰੀ ਵਾਹਵਾ ਜੈ ਜੈਕਾਰ ਹੋਵੇ, ਮੇਰੇ ਨਾਲ 4 ਬੰਦੇ ਹੋਣ, ਪੈਸੇ ਹੋਣ, ਪੁੱਤ ਤੇ ਧੀਆਂ ਹੋਣ, ਪਰ ਯਾਦ ਰੱਖਿਆ ਜੇ ਇਹ ਕੇਵਲ ਮੜੀਆਂ ਤੱਕ ਨੇ। ਜੇ ਮੰਗਣਾ ਤੇ ਇੱਕ ਮੰਗਿਆ ਕਰੋ। ਮੈਂ ਹੁਣੇ ਹੀ ਗੁਰੂ ਪਾਤਸ਼ਾਹ ਦੇ ਅੱਗੇ ਮੱਥਾ ਟੇਕਿਆ ਤੇ ਮੈਂ ਇੱਕੋ ਗੱਲ ਮੰਗਦਾ ਹੁੰਨਾ ਹੈ, ਪਾਤਸ਼ਾਹ ਜਿੰਨਾ ਚਿਰ ਪ੍ਰਾਣ ਬਖਸ਼ੇ ਤੇਰੀ ਵਡਿਆਈ ਕਰਾਂ, ਜਿਦਨ ਪ੍ਰਾਣ ਮੁੱਕ ਮੈਨੂੰ ਚਰਨਾਂ ਵਿੱਚ ਥਾਂ ਦੇ। ਮੈਨੂੰ ਇਹਦੇ ਤੋਂ ਬੜਾ ਹੋਰ ਕੁਝ ਨਹੀਂ ਚਾਹੀਦਾ। ਤੇ ਗਿਆਨੀ ਜੀ ਤੁਹਾਨੂੰ ਪੈਸਾ ਧੇਲਾ ਨਹੀਂ ਚਾਹੀਦਾ, ਇਹ ਨਹੀਂ ਜੇ ਮੰਗਦੇ। ਉਹ ਗੁਰਮੁਖੋ ਜਿਹੜਾ ਗੁਰੂ ਦਾ ਹੋ ਗਿਆ, ਇਹ ਤਾਂ ਮਗਰ ਮਗਰ ਆਉਣਗੇ, ਇਹ ਤਾਂ ਮਗਰ ਮਗਰ ਆਉਣਗੇ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ। ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਗੁਰੂ ਇੰਨਾ ਬੇਅੰਤ ਹੈ। ਜੇ ਮੈਂ 10 ਮਿੰਟ ਵੱਧ ਨਾਲ ਹੀ ਮੈਨੂੰ ਮਾਫੀ ਦੇ ਦਿਆ ਜੇ ਭਾਈ ਸਾਹਿਬ, ਜੇ 10 ਮਿੰਟ ਵੱਧ ਲੱਗੇ ਨਾ ਹੈਗੇ ਗਿਆਨੀ ਜੀ, ਪੈਸੇ ਭਾਵੇਂ ਨਾ ਦਿਆ ਜੇ, ਪਰ ਮੈਨੂੰ 10 ਮਿੰਟ ਦੇ ਦਿਆ ਜੇ। ਮੇਰਾ ਮਨ ਉਛਾਲੇ ਖਾਂਦਾ। ਇਹ ਮੇਰੇ ਅੰਦਰ ਖਿਆਲ ਕਿਉਂ ਆਇਆ? ਭਾਈ ਗੜੀਆ ਜੀ ਹੋਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪ੍ਰਚਾਰਕ, ਇਤਿਹਾਸ ਪੜ੍ਹੋ। ਗੁਜਰਾਤ ਵਿੱਚ ਇੱਕ ਦੌਲੇ ਸ਼ਾਹ ਪੀਰ ਹੋਇਆ ਸਿੱਖ ਦਾ। ਇੱਕ ਮੈਨੂੰ ਗਿਲਾ ਆਪਣੇ ਭਾਈਚਾਰੇ ਦੇ,
मैं गड्डी ते आया ते कहंदे ज्ञानी जी आए सिंह साहब। जे मेरे नाल 5-4 बाडी करण ते कहना सी बड़े सिंह साहब आए, ते बस ते आउंदा ना ते कहना ज्ञानी जी आए। बंदा ओही है। धर्म नूं माया नाल तोलिया ना करिए, धर्म नूं माया नाल तोलिए। बदकिस्मती साडा वड्डा गलत है। गुरु घर दा प्रचार, गुरु हरगोबिंद सच्चे पातशाह दे घर दा प्रचारक धौड़ी दी जुत्ती खद्दर दे कपड़े नहीं लाया ते दौले शाह फकीर कोल टिकिया, विदा करन गया, जिन्होंने अजकल तुसीं सी ऑफ कहंदे हो। सी ऑफ करन गया ते कहण लगा मैं तां सुनिया भी गुरु हरगोबिंद सच्चे पातशाह नूं तोपां भेंट हुंदियां ने, दिशाले भेंट हुंदे ते घोड़े भेंट हुंदे ने, ते धौड़ी दी जुत्ती। भाई गड़ीए ने अंदर नूं वाजिया, कहण लगा दौलिया वेख मेरे गुरु दियां रहमतां, जेड़े रेत दे टिब्बे सी गुरमुखों मोतियां दियां कणियां दसियां। ओदी जिहड़ी जुत्ती सी ना पिछों जिन्होंने ठिब्बी जुत्ती कह दिंदे आ, ओदे नाल जिहड़ी रेत उछलदी सी ना ओदे च मोतियां दियां कणियां ने। भाई गड़ीए ने आख्या दौलिया ये पदार्थां गुरु के सिखां दी जुत्ती दे थले ने, असीं ये नहीं मंगदे। गुरमुखो भाई गपाले दी सुधा इस पासे वल रही। एक सिख जिन्हें गुरु पातशाह नूं 5 घोड़े ते 5 काठियां भेंट कीतियां ने। आपां तां जे 11,000 दिता, पता नहीं किसे दिता कि नहीं दिता। जे दिता ते कहना मैंबर साहब मेरा नाम बोलिया जे, तां गुरु नूं पता चलदे भी गुरु बोला भी 11,000 किते रह ना जाए। ओ भाई मुल्ला मनारे क्या चढ़े, साईं ना बहरा होए, जां कारण तू बांग दे दिल ही भीतर जो है। मौलवी साहब मनारे ते की चढ़ के आवाजा मार दियो, जिन्हों आवाजा मार दे वो अंदर बैठा है। बिन बोलिया सबके जानदा, असीं अपनी बेड़ी विच आ बट्टे पाए, आए सां घर दी निवृत्ति करनी ते वेख्या जे 11,000 मेरा बोलिया कि नहीं बोलिया। गुर सिखा ये ना कम कर। गुरु नानक दे घर विच कौडी भी प्रवान है। भाई गुरदास लिखते ने भावनी भगत अगर कौडी एक भाग राखे, सतगुरु कोट निदान दान देता है। भाई सपागे ने 5 घोड़े ते 5 काठियां भेंट कीतियां। भाई गोपाले दा मन हिलिया। मेरी अपनी सोच मुताबक मैं मन दा नां रखिया 10 नंबरिया। अपनी पंजाबी च बोली च बदमाश नूं कहंदे 10 नंबरिया, साडे पिंडां वाल बदमाश नूं 10 नंबरिया कहंदे ने। आनंद साहब दी बाणी दे विच जिहड़ी 10वीं पौड़ी वो मन दे परथाए है। मैं इस करके दा नां रखिया मन 10 नंबरिया। ਇਹਦਾ ਸੁਭਾਅ ਹੈ। ਮੇਰੀ ਜਾਤੀ ਜੋ ਅਨੁਭਵ ਹੈ ਨਾ, ਜੇ ਕੋਈ ਮੈਨੂੰ ਪੁੱਛੇ ਵੀ ਗਿਆਨੀ ਤੁਹਾਨੂੰ ਇਹਨਾਂ ਚਿਰ ਕਥਾ ਕਰਦਿਆਂ ਨੂੰ ਹੋ ਗਿਆ ਦਰਬਾਰ ਸਾਹਿਬ, ਤੁਸੀਂ ਗੁਰਬਾਣੀ ਚੋਂ ਕੀ ਸਮਝਿਆ? ਤੇ ਮੈਂ ਇਹ ਸਮਝਿਆ ਵੀ ਗੁਰਮੁਖੋ ਗੁਰਬਾਣੀ 'ਚ ਮੰਮੇ ਤੇ ਨੰਨੀ ਦੀ ਟੱਕਰ ਹੈ। ਮੰਮੇ ਤੇ ਨੰਨੀ ਦੀ। ਜਦੋਂ ਮੰਮਾ ਪਹਿਲਾਂ ਸਾਡੀ ਮੌਤ, ਮੰਮਾ ਮਨ, ਮੰਮਾ ਮਾਇਆ, ਮੰਮਾ ਮਮਤਾ, ਤੇ ਜਦੋਂ ਨੰਨਾ ਪਹਿਲਾਂ ਆ ਗਿਆ ਸਾਡੇ ਜੀਵਨ ਦੀ ਬਾਜੀ ਜਿੱਤੀ ਗਈ। ਨੰਨੇ ਨੂੰ ਕੰਨਾ ਨਾਮ, ਜਦੋਂ ਨਾਮ ਆ ਗਿਆ ਮਨ ਨੂੰ ਜਾਣਾ ਪਏਗਾ। ਪਰ ਚੰਦਰਾ ਮਨ ਦਾ ਲਾ ਗਿਆ। ਕੀ ਲਾਇਆ? 5 ਘੋੜਿਆਂ ਦੇ ਵਿੱਚੋਂ ਇੱਕ ਘੋੜਾ ਗੁਰੂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਦੇ ਦਿੱਤਾ, ਇੱਕ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਇੱਕ ਬਾਬਾ ਸੂਰਜਮਲ ਨੂੰ ਦੇ ਦਿੱਤਾ। ਤੇ ਭਾਈ ਗੋਪਾਲੇ ਦੇ ਮਨ ਵਿੱਚ ਆਇਆ ਵੀ ਜੇ ਗੁਰੂ ਪਾਤਸ਼ਾਹ ਕਿਤੇ ਮੈਨੂੰ ਘੋੜਾ ਤੇ ਕਾਠੀ ਦੇ ਦੇਣ ਨਾ ਤੇ ਗੱਲ ਬਣ ਜਾਏ। ਗੱਲ ਇਤਨਾ ਨਹੀਂ ਬਣਦੀ, ਗੱਲ ਬਣਦੀ ਜੇ ਗੱਲਾਂ ਸਿਰਜਣਹਾਰ। ਇਸ ਤਰ੍ਹਾਂ ਗੱਲ ਬਣਦੀ ਘੋੜਿਆਂ ਕਾਠੀਆਂ ਨਾਲ ਨਹੀਂ। ਗੱਲ ਬਣ ਜਾਏ। ਭਾਈ ਗੋਪਾਲੇ ਨੇ ਭੋਗ ਪਾਇਆ।
ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜੱਫੀ ਪਾਈ, ਪਿਆਰ ਕੀਤਾ, ਕਹਿਣ ਲੱਗੇ ਭਾਈ ਗੋਪਾਲਿਆ ਤੇਰੀ ਮਾਂ ਧੰਨ, ਤੇਰਾ ਪਿਤਾ ਧੰਨ, ਜਿਨ੍ਹਾਂ ਤੇਰੇ ਵਰਗੇ ਗੁਰਮੁਖ ਨੂੰ ਜਨਮ ਦਿੱਤਾ, ਪਰ ਇਹ ਗਿਲਾ ਤੇਰੇ ਉੱਪਰ। ਗੁੱਸਾ ਹੁੰਦਾ ਦੁਸ਼ਮਣ ਉੱਪਰ, ਗਿਲਾ ਹੁੰਦਾ ਆਪਣਿਆਂ ਉੱਪਰ। ਤੇਰੇ ਤੇ ਗਿਲਾ ਗੁਰਮੁਖਾ, ਤੂੰ ਜਪਜੀ ਸਾਹਿਬ ਦੇ ਪਾਠ ਦੀ ਕੀਮਤ ਇੱਕ ਘੋੜਾ ਤੇ ਕਾਠੀ ਪਾਈ, ਤੈਨੂੰ ਭੁੱਲ ਗਿਆ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਬ ਰੰਗ ਬਾਣ ਦੋ। ਪਰ ਗੁਰਸਿੱਖਾ, ਜਿਵੇਂ ਅੱਜ ਕੱਲ੍ਹ ਤੁਸੀਂ ਟਿਪ ਕਹਿ ਦਿੰਦੇ ਨੇ, ਟਿਪ ਪੁਰਾਣੀ ਬੋਲੀ ਸੀ ਝੂੰਗਾ, ਕਹਿਣ ਲੱਗੇ ਜਪਜੀ ਸਾਹਿਬ ਦੀ ਜਿਹੜੀ ਕੀਮਤ ਇਹ ਤਾਂ ਗੁਰਮੁਖਾ ਦਿੱਤੀ ਨਹੀਂ ਜਾ ਸਕਦੀ, ਲੇਕਿਨ ਇੱਕ ਪਾੜ ਦੇ ਮਗਰ ਤੇਰੀਆਂ 21 ਕੁਲਾਂ ਤਾਰ ਦਿੱਤੀਆਂ। ਅਸੀਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਦੇ ਪੰਨਿਆਂ ਦੇ ਵਿੱਚ ਲਫ਼ਜ਼ ਆਉਂਦਾ ਬਾਦਸ਼ਾਹ ਤੇ ਪਾਤਸ਼ਾਹ, ਬਾਦਸ਼ਾਹ ਤੇ ਪਾਤਸ਼ਾਹ। ਬਾਦਸ਼ਾਹ ਦਾ ਅਰਥ ਨਾਲ ਬਾਦ ਕਹਿੰਦੇ ਨੇ ਝਗੜੇ ਨੂੰ। ਜਿਹੜਾ ਜ਼ਿੰਦਗੀ ਪਰਯੰਤ ਝਗੜੇ ਕਰਦਾ ਰਹੇ, ਝਗੜਿਆਂ ਨਾਲ ਉਲਝਿਆ ਰਹੇ, ਝਗੜੇ ਨਜਿੱਠਦਾ ਰਹੇ, ਉਹਨੂੰ ਕਹਿੰਦੇ ਬਾਦਸ਼ਾਹ। ਲੇਕਿਨ 10 ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਅਸੀਂ ਕਹਿੰਦੇ ਆ ਪਾਤਸ਼ਾਹ, ਤੇ ਕਿਤੇ ਬਾਦਸ਼ਾਹ ਨਹੀਂ ਆਵੇਗਾ, ਪੱਪਾ ਆਏਗਾ, ਪੱਪਾ ਉੱਥੇ ਬੱਬਾ। ਕਿਉਂ? ਜਿਹੜਾ ਪੱਪਾ ਹੈ ਨਾ, ਪਾ ਤੋਂ ਭਾਵ ਪੱਤ, ਇਹ ਸਾਡਾ ਗੁਰੂ ਜਿਹੜਾ ਹੈ ਨਾ, ਜਿਹੜਾ ਇਹਦੇ ਕੋਲ ਆ ਗਿਆ ਉਹਨੂੰ ਪੱਤ ਦਿੰਦਾ ਹੈ, ਉਹਨੂੰ ਇੱਜ਼ਤ ਦਿੰਦਾ ਹੈ। ਇਸ ਕਾਰਨ ਕਰਕੇ ਇਹਨੂੰ ਪਾਤਸ਼ਾਹ ਕਹਿੰਦੇ ਹਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਗਏ। ਜਹਾਂਗੀਰ ਨੇ ਸਤਿਗੁਰੂ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਮਹਾਰਾਜ, ਮੇਰੇ ਮਨ ਵਿੱਚ ਸ਼ੰਕਾ ਜਿਹਾ ਹੈ ਕਿ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਹਜ਼ੂਰ ਕਹਿੰਦੇ ਜੇ ਮੈਂ ਕਹਾਂ ਤੇ ਮੈਨੂੰ ਪੁੱਛ, ਜਿਹੜੇ ਕਹਿੰਦੇ ਗੁਰਮੁਖਾਂ ਉਹਨਾਂ ਤੋਂ ਤੂੰ ਪੁੱਛ ਲੈ ਭਾਈ। ਹਜ਼ੂਰ ਨੇ ਭਾਣਾ ਵਰਤਾਇਆ। ਉੱਥੇ ਗਰੀਬ ਸਿੱਖ ਹੈ ਕਾਈ, ਉਹਨੂੰ ਪਤਾ ਚੱਲਿਆ ਵੀ ਦੀਨ ਦੁਨੀਆ ਦੇ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਗਰੇ ਆਏ ਨੇ ਤੇ ਸਾਡੇ ਕੋਲ ਅੰਮ੍ਰਿਤਸਰ ਜਾਇਆ ਨਹੀਂ ਜਾਂਦਾ, ਗਰੀਬ ਲੋਕ ਆ। ਤੇ ਯਾਦ ਰੱਖਿਆ ਜਦੋਂ ਮੀਂਹ ਪੈਂਦਾ ਨਾ, ਮੇਰੇ ਪੜ੍ਹਨ ਦੇ ਮੁਤਾਬਕ ਜਿਵੇਂ ਜਿਵੇਂ ਗਰਮੀ ਦੇ ਨਾਲ ਹਵਾ ਉੱਪਰ ਜਾਂਦੀ ਹੈ, ਵੈਕਿਊਮ ਬਣਦਾ ਹੈ, ਤੇ ਵੈਕਿਊਮ ਬਣਨ ਦੇ ਨਾਲ ਜਿਹੜੇ ਬੱਦਲ ਨੇ ਉਹ ਆਉਂਦੇ ਹਨ। ਜਿੰਨਾ ਚਿਰ ਵੈਕਿਊਮ ਨਹੀਂ ਬਣਦਾ ਉਹਨਾਂ ਚਿਰ ਬੱਦਲ ਨਹੀਂ ਆਉਂਦੇ। ਜਿੰਨਾ ਚਿਰ ਸਾਡੇ ਅੰਦਰ ਵੈਕਿਊਮ ਖਲਾ ਨਹੀਂ ਆਉਂਦਾ ਉਹਨਾਂ ਚਿਰ ਗੁਰੂ ਦੀ ਕਿਰਪਾ ਨਹੀਂ ਆਉਂਦੀ। ਆਪਾਂ ਤਾਂ ਭਰੇ ਪਏ ਅੰਦਰ, ਸਾਡੇ ਅੰਦਰ ਇੰਨਾ ਕੁਛ ਹੈ। ਬਾਬਾ ਰਵਿਦਾਸ ਨੇ ਇੱਕ ਥਾਂ ਤੇ ਬੈਲ ਖੜਕਾਈ, ਕਹਿਣ ਲੱਗੇ ਗੁਰਮੁਖਾ ਸੰਭਲ ਕੇ ਰਿਹਾ ਕਰ, ਖਤਰਾ ਬੜਾਈ, ਮੈਨੂੰ ਤੇਰੇ ਬਚਨ ਦੀ ਆਸ ਨਹੀਂ ਜਾਪਦੀ। ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਮੈਨੂੰ ਤੇਰੇ ਬਚਨ ਦੀ ਆਸ ਨਹੀਂ, ਪਰ ਭਰਾ ਭਾਈ ਕਰਕੇ ਮੈਂ ਤੈਨੂੰ ਸੁਝਾ ਦਿੱਤਾ ਹੈ। ਆਖਿਆ ਬਾਬਾ ਜੀ ਕਿਵੇਂ? ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਨਾਸ ਪੰਜ ਦੋਖ ਸਾਧ ਜਾਮੈ ਤਾਂ ਕੀ ਕੇਤਕਾਸ। ਕਹਿੰਦੇ ਮੱਛੀ ਚ ਇੱਕ ਉਗਣਾ, ਹਾਥੀ ਚ ਇੱਕ ਉਗਣਾ, ਭੌਰੇ ਤੇ ਪਤੰਗੇ ਚ ਇੱਕ ਇੱਕ ਉਗਣਾ, ਉਹ ਇੱਕ ਇੱਕ ਉਗਣ ਨਾਲ ਮਾਰੇ ਗਏ, ਤੇਰੇ ਇਕੱਲੇ ਵਿੱਚ ਪੰਜ ਨੇ, ਤੂੰ ਕਿਵੇਂ ਬਚੇਗਾ? ਸੁਚੇਤ ਹੋ ਕੇ ਰਹੋ। ਇਹ ਸਾਨੂੰ ਬਾਬਾ ਰਵਿਦਾਸ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੁਚੇਤ ਕੀਤਾ ਹੈ। ਗੁਰੂ ਕੇ ਸਿੱਖ ਜਿਹੜਾ ਨਾ ਗਰੀਬ ਹੈ, ਗੁਰੂ ਨਾਨਕ ਗਰੀਬਾਂ ਦਾ ਯਾਰ ਹੈ। ਆਮ ਕਰਕੇ ਮੈਨੂੰ ਭੈਣਾ ਭਰਾ ਗੁਰਮੁਖ ਪਿਆਰੇ ਕਈ ਫੋਨ ਤੇ ਕੋਤਰਾ ਕਹਿੰਦੇ ਗਿਆਨੀ ਜੀ ਤੁਸੀਂ ਕਹੀਂ ਅਰਦਾਸ ਕਰਿਆ ਕਰੋ, ਬਾਣੀ ਪੜਿਆ ਕਰੋ, ਸਾਡੀ ਤਾਂ ਗੁਰੂ ਗੱਲ ਮੰਨਦਾ ਹੀ ਨਹੀਂ। ਆਮ ਮੈਨੂੰ ਤਕਰੀਬਨ ਦਿਹਾੜੀ 'ਚ 2-4 ਇਹੋ ਜਿਹੇ ਫੋਨ ਆਉਂਦੇ ਨੇ। ਉਹਦਾ ਕਾਰਨ ਕੀ ਹੈ? ਗੁਰੂ ਤਾਂ ਨਹੀਂ ਮੰਨਦਾ,
ਅਸੀਂ ਫੰਨੇ ਖਾਂ ਹੋ ਕੇ ਅਰਦਾਸ ਕਰਦੇ, ਮੈਂ ਆਹ ਕੀਤਾ ਮੇਰਾ ਕਰਦੇ। ਅਸੀਂ ਗਰੀਬ ਬਣ ਕੇ ਕਿਤੇ ਅਰਦਾਸ ਨਹੀਂ ਜੇ ਕੀਤੀ। ਗਰੀਬ ਬਣ ਕੇ ਅਰਦਾਸ ਕਰੀਏ। ਮੇਰਾ ਜ਼ਿੰਦਗੀ ਦਾ ਤਜਰਬਾ ਤੇ ਵਿਸ਼ਵਾਸ ਹੈ, ਹੋ ਨਹੀਂ ਸਕਦਾ ਵੀ ਸਾਡੀ ਅਰਦਾਸ ਮੰਨੀ ਨਾ ਜਾਏ। ਅਸੀਂ ਹੰਕਾਰ ਨਾਲ ਭਰੇ ਪਏ ਹਾਂ, ਹੰਕਾਰ ਨਾਲ। ਮਾਫੀ ਦਿਆ ਜੇ, ਅਜੇ ਭੜਕੇ ਚੰਦਵਾ ਚੜਾਉਣਾ ਦਰਬਾਰ ਸਾਹਿਬ, ਲੇਕਿਨ ਕੈਨੇਡਾ ਤੱਕ ਫੋਨ ਪਹੁੰਚ ਗਏ ਨੇ, ਭਾਬੀ ਭੜਕੇ ਆਪਣਾ ਚੰਦਵਾ ਚੜਨਾ ਵੇਖ ਲਿਆ ਜੇ। ਤੇ ਜੇ ਤੂੰ ਚੰਦਵਾ ਨਾ ਚਾੜੇ ਤੇ ਪਤਾ ਨਹੀਂ ਦਰਬਾਰ ਸਾਹਿਬ ਚੰਦਵਾਏ ਨੇ ਚੜੇ। ਇੰਨਾ ਹੰਕਾਰ ਤੇਰੇ ਅੰਦਰ ਵੀ ਤੂੰ ਗੁਰੂ ਦੇ ਚੰਦਵਾ ਤਾਣਦੇ ਆ। ਇਹ ਨਾ ਕਰਿਆ ਕਰੋ। ਗਰੀਬ ਸਿੱਖ ਹੈ, 2 ਘਾਹ ਦੀਆਂ ਪੰਡਾਂ ਖੋਦੀਆਂ। ਮੈਂ ਨਹੀਂ ਜੇ ਕਹਿੰਦਾ ਜਿਹੜਾ ਤਖਤ ਤੇ ਸੁਭਾਏਮਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦਾ, ਮੈਂ ਪੁੱਛਿਆ ਮਹਾਰਾਜ ਤੁਸੀਂ ਕਿਹੜੀ ਪਾਰਟੀ 'ਚ, ਗਰੀਬਾਂ ਵਾਲੀ ਕਿ ਮੀਰਾਂ ਜੀ? ਕਹਿੰਦੇ ਮੈਂ ਤਾਂ ਗਰੀਬਾਂ ਦਾ ਹੀ। ਮੈਂ ਕਿਹਾ ਦੱਸੋ। ਮਹਾਰਾਜ ਨੇ ਸ਼ਬਦ ਚਾਰਿਆ, ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉਂ ਕਾ ਰੀਸ। ਮੈਂ ਉਹਨਾਂ ਤੋਂ ਲੈਣਾ ਕੀ ਹੈ? ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼। 2 ਘਾਹ ਦੀਆਂ ਪੰਡਾਂ ਖੋਦੀਆਂ। ਤੜਕੇ ਉੱਠਿਆ ਦੀ ਰਾਤ, 2 ਟਕੇ ਵੱਟੇ। 1 ਟਕਾ ਆਪਣੀ ਧਰਮ ਪਤਨੀ ਨੂੰ ਦੇ, ਕਹਿਣ ਲੱਗਾ ਭਾਗਾਂ ਵਾਲੀਏ ਬੱਚਿਆਂ ਦੀ ਰੋਟੀ ਦਾ ਆਰ ਪਾਰ ਕਰ। ਇੱਕ ਐਸਾ ਗੁਰੂ ਹੈ ਜਿਹੜਾ ਕਾਲ ਤਖਤ ਛੱਡਣਾ ਕਰਨ ਵਾਲਾ ਨਾ, ਇਹ ਤਾਂ ਕੌਡੀ ਦੇ ਬੇੜੇ ਤਰ ਦਿੰਦਾ, ਕੌਡੀ ਤੇ ਟਕੇ ਤੇ ਲੋਕ ਪਰਲੋਕ ਸਵਾਰ ਦਿੰਦਾ ਜੇ। ਟਕਾ ਲਿਆ, ਤੁਰ ਪਿਆ। ਜਹਾਂਗੀਰ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਤੰਬੂ ਲਾਗੇ ਲਾਗੇ ਹਨ। ਘੋੜਾ ਪਤਾ ਨਹੀਂ। ਮੁਲਾਜ਼ਮਾਂ ਨੂੰ ਪੁੱਛਿਆ ਤੇ ਉਹਨਾਂ ਆਖਿਆ ਤੰਬੂ ਹੈ ਬਾਦਸ਼ਾਹ ਦਾ। ਬਾਦਸ਼ਾਹ ਦੇ ਅੱਗੇ ਜਾ ਕੇ ਟਕਾ ਰੱਖਿਆ। ਸਿੱਖ ਕਿਹੋ ਜਿਹਾ ਚਾਹੀਦਾ? ਬਾਦਸ਼ਾਹ ਦੇ ਅੱਗੇ ਟਕਾ ਰੱਖਿਆ ਤੇ ਬਾਦਸ਼ਾਹ ਬੜਾ ਹੈਰਾਨ ਵੀ ਕਿਹੋ ਜਿਹਾ ਬੰਦਾ, ਪਾਟੇ ਜੇ ਕੱਪੜੇ ਲਿਬੜੇ ਜੇ ਤੇ ਟਕਾ ਕੇ ਰੱਖਿਆ। ਕਹਿਣ ਲੱਗਾ ਕੌਣ ਹੈ ਤੂੰ, ਕੀ ਚਾਹੁੰਦਾ ਭਾਈ? ਕਹਿੰਦਾ ਜੀ ਗਰੀਬ ਸਿੱਖਾਂ, ਮੇਰੇ ਤੇ ਕਿਰਪਾ ਕਰ, ਮੇਰਾ ਲੋਕ ਪਰਲੋਕ ਸਵਾਰ ਦੇ। ਇੱਥੇ ਬਾਦਸ਼ਾਹ ਨੂੰ ਮੈਂ ਚੰਗਾ ਕਹਿੰਦਾ। ਉਹ ਕਹਿੰਦਾ ਮਿੱਤਰਾ ਮੈਂ ਇਹਨੇ ਜੋਗਾ ਨਹੀਂ ਹੂੰ। ਨਹੀਂ ਤੇ ਅੱਜ ਕੱਲ੍ਹ ਦਾ ਬਾਬਾ ਹੁੰਦਾ ਨਾ, ਉਹਨੇ ਕਹਿਣਾ ਸੀ ਪਾ ਦੇ ਡੱਬੇ ਦੇ ਵਿੱਚ, ਤੇਰੀ ਅਰਦਾਸ ਕਰ ਦਿੰਦੇ ਆ। ਬਾਦਸ਼ਾਹ ਵੀ ਚੰਗਾ ਰਿਹਾ। ਕਹਿਣ ਲੱਗਾ 2 ਪਿੰਡ ਦੇ ਦਿਆਂਗਾ, 2 ਪਿੰਡ। ਕਹਿਣ ਲੱਗਾ ਮੈਨੂੰ ਨਹੀਂ ਚਾਹੀਦੇ। ਅੱਜ ਆਪਾਂ ਵਿਕਾਊ ਸਿੱਖ ਯਾਦ ਰੱਖਿਆ ਜੇ, ਮੇਰੀ ਮਾਫੀ ਦੇਣਾ ਮੈਨੂੰ। ਜਿਹੜਾ ਵਿਕਾਊ ਹੈ ਉਹ ਸਿੱਖ ਨਹੀਂ, ਜਿਹੜਾ ਸਿੱਖ ਹੈ ਵਿਕਾਊ ਨਹੀਂ। ਲਫ਼ਜ਼ ਕੋੜੇ ਪਰ ਸੱਚੇ ਨੇ। ਜੇ ਵਿਕਾਊ ਹੈ ਤੇ ਸਿੱਖ ਨਹੀਂ, ਜੇ ਸਿੱਖ ਹੈ ਤੇ ਵਿਕਾਊ ਨਹੀਂ। ਜਿਹੜਾ ਕੋ ਵਗਿਆ ਨਾ, ਉਹਨਾਂ ਦੇ ਦਰਵਾਜ਼ੇ ਬੰਦ ਨੇ। ਮੈਂ ਫਰੀਦਕੋਟ ਗਿਆ, ਵੱਡੀਆਂ ਵੱਡੀਆਂ ਕੰਧਾਂ ਵੇਖੀਆਂ। ਮੈਨੂੰ ਸ਼ਾਹ ਮੁਹੰਮਦ ਦੀਆਂ ਪੰਕਤੀਆਂ ਚੇਤੇ ਆਈਆਂ। ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰ ਸ਼ਾਲੀ। ਟੁੰਡੇ ਲਾਟ ਨੂੰ ਭੱਜ ਕੇ ਜਾਏ ਮਿਲਿਆ, ਗੱਲ ਜਾਏ ਦਸੀ ਸਾਰੀ ਭੇਤ ਵਾਲੀ। ਇਥੋਂ ਹਰਨ ਹੋ ਗਿਆ ਹੈ ਖਾਲਸਾ ਜੀ, 14 ਹੱਥਾਂ ਦੀ ਮਾਰ ਕੇ ਜਾਨ ਸ਼ਾਲੀ। ਸ਼ਾਹ ਮੁਹੰਮਦ ਦਾ ਸਾਹਮਣੇ ਸਿਰੇ ਖਾਨੇ, ਛੱਡ ਗਏ ਨੇ ਸਿੰਘ ਮੈਦਾਨ ਖਾਲੀ। ਪਹਾੜਾ ਸਿੰਘ ਨੇ ਗਦਾਰੀ ਕੀਤੀ। ਅੱਜ ਉਹਦੇ ਖਾਨਦਾਨ ਵਿੱਚ ਅਰਬਾਂ ਦੀ ਪ੍ਰਾਪਰਟੀ ਤੇ ਝਗੜਾ ਜੇ, ਹਵੇਲੀਆਂ ਬੰਦ, ਕੱਖ ਨਹੀਂ ਜੇ। ਇਹ ਵਿੱਚੋਂ ਗੱਲ ਸੁਭਾਵਿਕ ਆ ਗਈ। ਬਾਦਸ਼ਾਹ ਕਹਿੰਦਾ ਜੋ ਮੰਗਣਾ ਮੰਗ। ਤੇ ਆਪਾਂ ਨੂੰ ਹਦਾਇਤ ਕੀ ਹੈ? 4 ਪਦਾਰਥ ਆਖੀਆਂ ਸਤਿਗੁਰ ਦੇ, ਨਾ ਗੁਰਸਿੱਖ ਮੰਗੇ। ਗੁਰੂ ਕੀ ਬਾਣੀ ਵਿੱਚ 4 ਪਦਾਰਥਾਂ ਦਾ ਜ਼ਿਕਰ ਹੈ, ਧਰਮ, ਅਰਥ, ਕਾਮ ਤੇ ਮੋਹ। ਜਿਹਨੂੰ ਸੰਪਰਦਾਇ ਗਿਆਨੀ ਕਹਿੰਦੇ। ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਇਹ ਸੰਪਰਦਾਇ ਉਹਨਾਂ ਨੇ 4 ਪਦਾਰਥ ਪਲੱਸ ਹੋਰ ਕੀਤੇ ਨੇ। ਲੇਕਿਨ ਰਵਾਇਤੀ ਤੌਰ ਤੇ ਪ੍ਰਚਲਿਤ ਬੁੱਧੀਜੀਵੀਆਂ ਮੁਤਾਬਕ ਧਰਮ, ਅਰਥ, ਕਾਮ, ਮੋਖ 4 ਨੇ। ਕਹਿਣ ਲੱਗਾ ਮੈਨੂੰ ਨਹੀਂ ਚਾਹੀਦਾ। ਉਹਨੇ ਬਾਦਸ਼ਾਹ ਦੇ ਅੱਗੋਂ ਟਕਾ ਚੁੱਕ ਲਿਆ। ਗਰੀਬ ਸਿੱਖ ਹੈ,
ਘਾਹ ਵੇਚਣ ਵਾਲਾ ਨਹੀਂ ਤੇ ਇਹ ਤਾਂ ਕਹਿ ਸਕਦਾ ਸੀ ਮੈਨੂੰ ਚੰਗਾ ਮਕਾਨ ਹੀ ਬਣਾ ਦੇ, ਇਹਦੇ ਚ ਕੀ ਹੱਜ ਸੀ। ਪਰ ਨਹੀਂ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਨਾ, ਤੇ ਬਾਦਸ਼ਾਹ ਵੀ ਉਹਦੀ ਇਸ ਚੰਗੀ ਅਵਸਥਾ ਤੋਂ ਵੇਖ ਕੇ ਨਾ ਪ੍ਰਭਾਵਿਤ ਹੋਇਆ, ਮਗਰ ਮਗਰ ਨੰਗੇ ਪੈਰੀ ਆਇਆ। ਉਹ ਸਿੱਖ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਟਕਾ ਰੱਖਿਆ, ਤੇ ਮੇਰੇ ਹਜ਼ੂਰ ਨੇ ਆਖਿਆ, ਨਿਹਾਲ ਨਿਹਾਲ ਨਿਹਾਲ। ਕਿਉਂਕਿ ਆਪਾਂ ਪੜ੍ਹਦੇ ਹਾਂ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗਲਤ ਕੀਤਾ, ਕਿ ਇਹ ਗੁਰਮਤ ਮੁਤਾਬਕ ਨਹੀਂ, ਗੁਰਮਤ ਮੁਤਾਬਕ ਹੈ। ਗੁਰਮਤ ਕਹਿੰਦੀ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦੋਵੇਂ ਥਾਵ ਰੱਖੇ ਗੁਰ ਸੂਰੇ। ਜਿਹੜਾ ਸਾਡਾ ਗੁਰੂ ਹੈ ਨਾ, ਇਹ ਇੱਥੇ ਵੀ ਪੱਤ ਰੱਖਦਾ ਤੇ ਉੱਥੇ ਵੀ ਰੱਖਦਾ, ਦੋਵੇਂ ਥਾਵ ਰੱਖੇ ਗੁਰ ਸੂਰੇ। ਮੇਰੇ ਗੁਰਦੇਵ ਨੇ ਇੱਕ ਟਕੇ ਦੇ ਨਾਲ ਉਹਦਾ ਲੋਕ ਤੇ ਪ੍ਰਲੋਕ ਸਵਾਦ ਦਿੱਤਾ। ਇੱਕ ਆਪਾਂ ਪੜ੍ਹਦੇ ਹਾਂ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ। ਜਿਹੜਾ ਗੁਰੂ ਹੈ ਨਾ, ਇਹਦੀ ਆਰਾਧਨਾ ਕਰੋ ਜਿੱਥੇ ਵੀ ਕਰੋ, ਗੁਰੂ ਕੋ ਹਰ ਥਾਂ ਤੇ ਦੌੜਦਾ, ਹਰ ਥਾਂ ਤੇ। ਆਗਰੇ ਦੇ ਵਿੱਚ ਇੱਕ ਬੀਬੀ ਹੈ, ਗੁਰਸਿੱਖਾਂ ਦੀ ਧੀ ਤੇ ਅਨਮਤੀਆਂ ਦੇ ਘਰ ਵਿਆਹੀ ਗਈ। ਗੁਰਸਿੱਖਾਂ ਦੀ ਧੀ ਅਨਮਤੀਆਂ ਦੇ ਘਰ ਵਿਆਹੀ ਗਈ। ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦੀ ਖੁਰਾਕ ਕੀ ਹੈ? ਆਪਾਂ ਤਾਂ ਕਹਿੰਦੇ ਵੀ ਖੀਰ ਬਣੀ ਕਿ ਨਹੀਂ ਬਣੀ, ਸਾਲ ਬਾਅਦ ਮੇਲਾ ਗੁਰਮੁਖੋ ਜਲੇਬ ਹੈ ਕਿ ਨਹੀਂ, ਆਪਾਂ ਤਾਂ ਇਹ ਮੰਗਦੇ ਆ ਨਾ। ਲੇਕਿਨ ਉਹਨਾਂ ਗੁਰਮੁਖਾਂ ਦੀ ਖੁਰਾਕ ਕੁਝ ਹੋਰ ਹੈ। ਕੀ? ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਗੁਰਸਿੱਖਾਂ ਦੀ ਖੁਰਾਕ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਗੁਰੂ ਕੇ ਸਿੱਖ ਦਾ ਆਧਾਰ ਗੁਰੂ ਕੀ ਬਾਣੀ ਹੈ। ਬੀਬੀ ਵਿਆਹੀ ਗਈ, ਪਰ ਗੁਰਬਾਣੀ ਤੋਂ ਬਿਨਾਂ ਚੈਨ ਨਹੀਂ। ਜੋ ਲਿਖਿਆ ਹੈ, ਬੀਬੀ ਨੇ ਮੰਜੇ ਢਾਹ ਲੈਣੇ, ਮੰਜੇ ਖੜੇ ਕਰ ਲੈਣੇ ਕੋਠੇ ਉੱਪਰ, ਪਾਣੀ ਦੀ ਬਾਲਟੀ ਭਰ ਕੇ ਲੈ ਜਾਣੀ, ਤੇ ਬਹਾਨੇ ਨਾਲ ਉੱਥੇ ਜਾ ਕੇ ਇਸ਼ਨਾਨ ਦੇ ਬਹਾਨੇ ਬਾਣੀ ਪੜ੍ਹਨੀ। ਮਨ ਵਿਆਕੁਲ ਹੋ ਗਿਆ, ਮਨ ਵਿੱਚ ਅਰਦਾਸ ਕੀਤੀ। ਮਹਾਰਾਜ, ਮੈਂ ਸੁਣਿਆ ਦ੍ਰੋਪਦੀ ਨੇ ਅਰਦਾਸ ਕੀਤੀ, ਬੜੀ ਜੜਦੀ ਬਹੁੜਿਆ ਭਗਵਾਨ, ਤੇ ਤੇਰੇ ਤੋਂ ਵੱਡਾ ਭਗਵਾਨ ਕਿਵੇਂ ਕੀ ਜ਼ਿੰਦਗੀ ਪ੍ਰਜੰਨ ਤੇਰੇ ਦਰਸ਼ਨ ਨੂੰ ਤਰਸਦੀ ਰਹਾਂਗੀ। ਮੇਰੇ ਕਰਮ ਏਡੇ ਮਾੜੇ। ਇਹ ਉਸੇ ਦੌਰੇ ਦੀ ਗੱਲ ਹੈ ਜਦੋਂ ਗੁਰੂ ਪਾਤਸ਼ਾਹ ਨੇ ਘਾਈ ਨੂੰ ਉਤਾਰਿਆ। ਸ਼ਹਿਰਾਂ ਵਿੱਚ ਆਪਾਂ ਵੇਖਦੇ ਤੰਗ ਤੰਗ ਗਲੀਆਂ ਹੁੰਦੀਆਂ ਨੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇਕੱਲੇ ਘੋੜੇ ਤੇ ਚੜੇ ਗਏ, ਆਵਾਜ਼ ਮਾਰੀ, ਕਹਿਣ ਲੱਗੇ, ਧੀਏ ਥੋੜਾ ਜਿਹਾ ਥੱਲੇ ਝਾਕ, ਮੈਂ ਤੇਥੋਂ ਦੂਰ ਨਹੀਂ, ਪਰ ਬੱਚੀਏ ਫੇਰ ਵੀ ਪਰਦਾ ਹੁੰਦਾ, ਕੱਪੜੇ ਪਾ। ਬੀਬੀ ਨੇ ਕੱਪੜੇ ਪਾਏ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਦੀ ਤਕਦੀਰ ਬਦਲ ਦਿੱਤੀ। ਸਾਡਾ ਗੁਰੂ ਜਿਹੜਾ ਨਾ, ਆਪਾਂ ਪੜ੍ਹਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜੇ ਕੋਈ ਤਗੜਾ ਆਇਆ ਤੇ ਉਹਨੂੰ ਕਹਿੰਦੇ ਇਹਨੂੰ ਫਰੂਟ ਖਵਾਓ, ਜੇ ਕੋਈ ਮਾੜਾ ਤੇ ਆਪਾਂ ਕਹਿੰਦੇ ਲੰਗਰ ਵਰਤ ਚੁੱਕਾ। ਨਾ ਨਾ, ਸਤਿਗੁਰੂ ਸਿੱਖਾਂ ਵਿੱਚ ਵਰਦਾ। ਇੱਕ ਮਾਤਾ ਜਿਹੜੀ ਗੁਰੂ ਘਰ ਦੀ ਪ੍ਰਚਾਰਕ ਸੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਉਹਨੂੰ ਗੁਰੂ ਘਰ ਦੀ ਪ੍ਰਚਾਰ ਵਾਸਤੇ ਕਸ਼ਮੀਰ ਦੇ ਇਲਾਕੇ 'ਚ ਭੇਜਿਆ। ਕਈ ਵਾਰਾਂ ਨਾਵਾਂ ਦੇ ਮੁਤਾਬਕ ਬੰਦੇ ਦਾ ਕਰਮ ਹੁੰਦਾ, ਤੇ ਕਈ ਵਾਰਾਂ ਨਾਵਾਂ ਦੇ ਉਲਟ ਕੰਮ ਕਰਦੇ। ਉਸ ਮਾਤਾ ਦਾ ਨਾਮ ਸੀ ਭਾਗ ਭਰੀ, ਪਰ ਹੈ ਵੀ ਭਾਗਾਂ ਭਰੀ। ਉਸ ਮਾਤਾ ਦੇ ਮਨ ਦੀ ਭਾਵਨਾ ਹੈ, ਭਾਈ ਹੁਣ ਬੇੜੀ ਕੰਢੇ ਤੇ ਲੱਗੀ ਹੈ, ਤੇ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਕੋਲ ਆਉਣ, ਤੇ ਮੈਂ ਆਪਣੇ ਹੱਥਾਂ ਦੇ ਨਾਲ ਇਹ ਰੇਜਾ ਤਿਆਰ ਕੀਤਾ ਹੈ। ਮੇਰੇ ਮਨ ਦੀ ਭਾਵਨਾ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਚੋਲਾ ਪਾਉਣ ਤੇ ਮੇਰਾ ਲੋਕ ਪਲੋਕ ਦਾ ਪਰਦਾ ਢੱਕਿਆ ਜਾਏ। ਅੱਜ ਦੇ ਬਾਬਿਆਂ ਦੇ ਚੇਲਿਓ, ਕਿਤੇ ਆਪ ਅੱਜ ਕੱਲ੍ਹ ਦੇ ਮਾਡਰਨ ਗੁਰੂਆਂ ਨੂੰ ਘਰ ਲਿਜਾ ਕੇ ਵੇਖਿਆ ਜੇ ਗਰੀਬ ਦੇ ਘਰ ਪੈਰ ਨਹੀਂ ਜੇ ਪਾਉਂਦੇ।
ਤੇ ਤਗੜੇ ਦੇ ਕਰ ਕਹਿਣਗੇ ਮੈਂ ਕਿਹਾ ਪ੍ਰੇਮੀ ਨੇ ਮਿਲ ਚਲੀਏ, ਕਿਉਂਕਿ ਪ੍ਰੇਮੀਆਂ ਨੂੰ ਕੋਈ ਝੜਨਾ ਨਾ, ਜੇ ਤਾਂ ਝੜਨਗੇ ਤੇ ਪ੍ਰੇਮੀ, ਜੇ ਨਹੀਂ ਝੜਨਗੇ ਤੇ ਅੱਗੇ ਚੱਲੋ। ਅੱਜ ਕੱਲ ਦਾ ਯਾਦ ਰੱਖਿਆ ਜੇ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਧਰਮ ਪਿਆਰ ਨਹੀਂ, ਧਰਮ ਪਿਆਰ ਹੈ, ਧਰਮ ਵਪਾਰ ਨਹੀਂ। ਜੇ ਵਪਾਰ ਹੈ ਤੇ ਧਰਮ ਨਹੀਂ। ਵਪਾਰ ਤੇ ਪਿਆਰ ਇਕੱਠੇ ਨਹੀਂ ਰਹਿ ਸਕਦੇ। ਧਰਮ ਦਿੰਦਾ ਹੈ, ਵਪਾਰ ਲੈਂਦਾ ਹੈ। ਪਿਆਰ ਦਿੰਦਾ ਹੈ, ਵਪਾਰ ਲੈਂਦਾ ਹੈ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮੈਂ ਅੱਜ ਕਿੰਨਾ ਔਖਾ ਸ਼੍ਰੀਨਗਰ ਜਾਣਾ, ਕਿੰਨਾ ਔਖਾ ਹੈ, ਸਦੀਆਂ ਗਿਣ ਲਓ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਘੋੜੇ ਤੇ ਚੜੇ ਗਏ। ਮਾਤਾ ਦੀ ਉਮਰ ਵਡੇਰੀ ਹੈ। ਮੈਂ ਆਪਣੇ ਚਾਚੇ ਕੋਲ ਪੜ੍ਹਿਆ ਕਿ ਬ੍ਰਹਮਾ ਆਇਆ, ਕਹਿੰਦਾ ਮਾਤਾ ਜੀ ਮੈਨੂੰ ਪਛਾਣਿਆ ਜੀ, ਮੈਂ ਬ੍ਰਹਮਾ ਹਾਂ, ਤੁਹਾਡੀ ਕਮਾਈ ਵੇਖ ਕੇ ਮੇਰਾ ਜੀ ਕਰਦਾ ਮੈਂ ਤੁਹਾਨੂੰ ਬ੍ਰਹਮਪੁਰੀ ਨੂੰ ਲੈ ਜਾ। ਕਹਿਣ ਲੱਗੀ ਬ੍ਰਹਮਾ ਮੈਨੂੰ ਨਹੀਂ ਤੂੰ ਚਾਹੀਦਾ, ਕਿਉਂ? ਬ੍ਰਹਮਾ ਦੀ ਪੁਰੀ ਵੀ ਸਦੀਵੀ ਨਹੀਂ। ਇੰਦਰ ਆਇਆ, ਕਹਿਣ ਲੱਗਾ ਮੈਂ ਇੰਦਰ ਹਾਂ। ਮਾਤਾ ਗੁਰਬਾਣੀ ਪੜ੍ਹਦੀ ਸੀ, ਕਹਿੰਦੀ ਇੰਦਰਪੁਰੀ ਮੈਂ ਸਰਪਰ ਬਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ। शिवपुरी का होएगा काला, त्रै गुण माया बिन सबताला। मैनू तिन्ना गुणा की लोड़ नहीं। उदा पुरसी सेवादास कहते सेवादासा तेरी मां भोली है, दरअसल तेरी बेबे दे बस नहीं। बाणी च लिखा 70 का मतहीन, अस्सियां का व्यवहार ना पावे। तेरी बेबे अस्सियां नू टप गई हो। भला ये सोच भी जिस गुरु नू तोपां चढ़दियां ने, घोड़े चढ़ते, दिशाले चढ़ते, भला खदर दे रेजे नहीं तुहाडे कोल आएगा। पर माता का मन अडोल रहा। माता ने खुला दरवाजा बनाया, खुला दरवाजा। अज बड़ा दुख हुंदा है, असीं अपने घरां च पौड़ियां दियां म्यानियां विच गुरु ग्रंथ सच्चे पातशाह नूं प्रकाश कीता। अजकल दे मॉडर्न जमाने च उपर पौड़ियां, थले निक्के दे पीढ़े दे उपर गुरु ग्रंथ सच्चे पातशाह। भलिया ये दीन दुनिया दा माल की गुरु ग्रंथ सच्चे पातशाह धर्म ग्रंथ नहीं। जिहड़ा आपां धर्म ग्रंथ कहने अपमान है। ये परमेश्वर है। सारंग राग महला पढ़ो, सारंग राग दे विच 1226 अंग। पोथी परमेश्वर का थान, ये रब की जगह है। जो गुरु ग्रंथ सच्चे पातशाह की पाधी मिली, पहला पोथी सब कहते सन परमेश्वर की जगह है। ये तुसीं पौड़ियां थले सुख आसन करी जाते हो। किहो जी सिक्खी साडे अंदर। गुरु हरगोबिंद सच्चे पातशाह गए, माता बजुर्ग है, एक हाथ में निकी जी डंगोरी, पुत दे मोढे ते रखिया हथ, बाहरले दरवाजे तक आए ते गुरु हरगोबिंद सच्चे पातशाह मारे चरणों च माता ने सिर रख दिता। मन चाओ भया, प्रभ आगम सुनिया। पंक्तियां पढ़िया उस दी माता ने। कहने लगे मेरे कर्म चंगे, कहने लगे खिच ले आयो ना महाराज, करो कृपा तुहाडी इच्छा। कहने लगी मेरी इको एक इच्छा है कि अब मैं खदर दा चोड़ा तुहाडे लई तैयार कीता है, ये पहनो। एक होर, जदों मेरे अंतिम श्वास पूरे होण ना, तुसीं मेरे कोल बैठे हो। वेखो माता दी इच्छा। कहंदी एक तां मैं खदर दा चोड़ा तैयार करना। अज कहण लगे भड़के तुसां सचखंड प्याना कर। कहण लगे जी कोई गल नहीं। दर्जी नूं बुलाया, रातों रात चोड़ा तैयार करके गुरु हरगोबिंद सच्चे पातशाह नूं पनाया। हजूर पणगे ते बैठे ने, माता जी थले। हुण तां मैं ये सुनिया मंजे ते कोई मर लगा, कहंदे धू के थले ला दो, कि सचखंड नहीं पहुंच ठकना, किते मंजे ना रकाब मंजे दियां हन अड़ ना जाण। एक नवां काम मैं सुनिया, मैं वेख्या तां नहीं, मंजे ते किसे जान निकलण लगे ने, कहंदे थले ला दो। फिर वो हाथ दीवा रखणगे, कि चन्न हुंदा दीवे दा। हाथ ते दीवे रखिया, मंजे तो भुन्ने लाया, चन्न नहीं जे होना। चन्न होवेगा दीवा मेरा एक नाम। दीवा जे सतगुर शब्द उजाड़ो दीपा,
ਬਿਨਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੋਲੀ ਅਨੂਪਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਉਹਨ ਚੰਨ ਉਹਨ ਸੋਖਿਆ, ਚੂਕਾ ਜਮ ਸਿਉ ਬੇਲ। ਸ਼ਬਦ ਦੇ ਦੀਵੇ ਨਾਲ ਅੱਗੇ ਲਾਈਟ ਹੋਣੀ ਐ, ਭੁੰਨੇ ਲਾਉਣ ਦੇ ਨਾਲ ਤੇ ਭੁੰਨਿਓ ਤੋਂ ਤਾਂ ਕਰਨ ਨਾਲ ਬਾਤ ਨਹੀਂ ਜੇ ਬਣਨੀ। ਮਾਤਾ ਜੀ ਥੱਲੇ ਨੇ, ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਮੈਂ ਹੈਰਾਨ ਆ, ਆਪਾਂ ਬਾਣੀ ਪੜ੍ਹਦੇ ਆ ਨਾ, ਬਾਣੀ ਤੇ ਲਿਖਿਆ ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨ ਛੂਟੇ ਮੋਹ ਹੈ। ਇੱਕ ਸਮੇਂ ਮੋਹ ਕੋ ਗਏ ਬਾਂਧੇ, ਤੋ ਫਿਰ ਮੋਹ ਪੇ ਜਵਾਬ ਨਾ ਹੋਏ। ਅੱਜ ਉਹ ਗੱਲ ਬਣੀ, ਗੁਰੂ ਅਰਜਨ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ, ਮਾਤਾ ਜੀ ਨੇ ਸਰੀਰ ਤਿਆਗ ਦਿੱਤਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਔਰ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਉਸ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। ਇਹ ਜੇ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਹੜਾ ਪਿਆਰਿਆਂ ਦੀ ਅਰਥੀ ਨੂੰ ਮੋਢਾ ਦੇ ਕੇ ਤੇ ਬੇੜਾ ਬੰਨੇ ਲਾਉਂਦਾ ਹੈ। ਇਹ ਆਪਣੇ ਪਿਆਰਿਆਂ ਦੇ ਲਾਗੇ ਕਿੰਨਾ ਕੁ ਹੈ। ਜਦੋਂ ਮਹਾਰਾਜ ਮਾਤਾ ਭਾਗ ਭਈ ਦੇ ਕੋਲ ਟਿਕੇ ਨੇ ਨਾ, ਤੇ ਸੰਗਤਾਂ ਨੂੰ ਪਤਾ ਚੱਲਿਆ ਵੀ ਸਤਿਗੁਰੂ ਪਾਤਸ਼ਾਹ ਆਏ ਨੇ। ਜਿਉਂ ਮਛਲੀ ਬਿਨ ਪਾਣੀਏ ਕੋ ਜੀਵਨ ਪਾਵੇ, ਨਾਦ ਕਰੰਕੇ ਬੇਦਿਆ ਸਨਮੁਖ ਉਠਾਵੇ। ਗੁਰੂ ਕੇ ਸਿੱਖ ਸੰਗਤਾਂ ਉਮਾ ਦੇ ਨਾਲ ਆਉਣ ਲੱਗੀਆਂ ਤੇ ਮਨ 'ਚ ਵਿਚਾਰ ਕੀਤੀ ਪਈ ਤੇ ਸ਼ਹਿਦ ਬੜਾ ਵਧੀਆ ਹੁੰਦਾ, ਗੁਰੂ ਪਾਤਸ਼ਾਹ ਨੂੰ ਸ਼ਹਿਦ ਭੇਟ ਕਰਾਂਗੇ। ਮੜਕਾ ਭਰ ਲਿਆ ਤੇ ਰਾਹ ਦੇ ਵਿੱਚ ਇੱਕ ਕੱਟੂ ਨਾਮ ਦਾ ਸਿੱਖ ਸੀ, ਉਹਨੂੰ ਸਾਹ ਦਾ ਰੋਗ ਸੀ ਵਿਚਾਰੇ ਨੂੰ। ਜਿਹਨੂੰ ਰੇਸ਼ੇ ਦੀ ਬਿਮਾਰੀ ਹੋਵੇ ਨਾ, ਸੁਣਿਆ ਉਹਨੂੰ ਸ਼ਹਿਦ ਬੜਾ ਚੰਗਾ ਹੁੰਦਾ ਵੀ ਸਾਹ ਸੌਖਾ ਹੋ ਜਾਂਦਾ। ਉਹਦੇ ਘਰ ਸੰਗਤ ਨੇ ਪੜਾ ਕੀਤਾ ਤੇ ਕਹਿਣ ਲੱਗਾ, ਗੁਰਮੁਖੋ ਥੋੜਾ ਜਿਹਾ ਕੌਲੀ 'ਚ ਪਾ ਕੇ ਮੈਨੂੰ ਵੀ 2 ਚਮਚੇ ਦਿਓ, ਸੌਖਾ ਹੋ ਜਾ ਮੇਰਾ ਸਾਹ। ਕਹਿਣ ਲੱਗੇ, ਆਇਆ ਵੱਡਾ ਫੰਨੇ ਖਾਂ, ਪਹਿਲਾਂ ਗੁਰੂ ਪਾਤਸ਼ਾਹ ਨੂੰ ਸ਼ਿਕਾਈਏ ਕਿ ਤੈਨੂੰ। ਉਹ ਵਿਚਾਰਾ ਚੁੱਪ ਕਰ ਗਿਆ। ਮੜਕਾ ਸੰਕੋਚਿਆ, ਲੈ ਗਏ ਜਿਹੜੇ ਘੜੇ ਦੇ ਵਿੱਚੋਂ ਸ਼ਹਿਦ ਦੀ ਖੁਸ਼ਬੂ ਆਉਂਦੀ ਸੀ, ਹੁਣ ਉਹਦੇ ਚੋਂ ਬੋ ਆਉਂਦੀ ਹੈ, ਬੋ। ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਕੀ ਲੈ ਕੇ ਆਓ ਭਾਈ ਪ੍ਰੇਮੀਓ? ਕਹਿੰਦੇ ਜੀ ਸ਼ਹਿਦ ਲੈ ਕੇ ਆ। ਕਹਿੰਦੇ ਮੈਂ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਕਹਿੰਦੇ ਜਦੋਂ ਮੈਂ ਮੰਗਿਆ ਸੀ ਉਦੋਂ ਤੁਸੀਂ ਦਿੱਤਾ ਨਹੀਂ, ਹੁਣ ਮੇਰੇ ਕਿਸ ਕੰਮ? ਕਹਿੰਦੇ ਤੁਸੀਂ ਮੰਗਿਆ ਸੀ। ਕਹਿਣ ਲੱਗੇ, ਭਾਈ ਕੱਟੂ ਨੇ ਆਖਿਆ ਸੀ ਨਾ ਮੈਨੂੰ ਸ਼ਹਿਦ ਦਿਓ, ਮੈਂ ਆਪਣੇ ਸਿੱਖਾਂ ਵਿੱਚ ਵਰਦਾ ਹਾਂ, ਆਪਣੇ ਸਿੱਖਾਂ ਦੇ ਵਿੱਚ ਮੈਂ ਆਪਣੇ ਸਿੱਖਾਂ ਵਿੱਚ ਵਰਦਾ। ਜੇ ਉਹਨਾਂ ਨਹੀਂ ਛਕਿਆ ਤੇ ਮੈਂ ਨਹੀਂ ਜੇ ਛਕਣਾ, ਪਹਿਲਾਂ ਉਹਨੂੰ ਛਕਾਓ। ਲੈ ਜਾਓ ਮੋੜ ਕੇ, ਦੁਬਾਰਾ ਮੋੜ ਕੇ ਲੈ ਲਗਾਏ। ਭਾਈ ਕੱਟੂ ਨੂੰ ਕੌਲੀ 'ਚ ਪਾ ਕੇ ਦਿੱਤਾ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ ਹੁਣ ਇਹ ਮੇਰੇ ਖਾਣ ਦੇ ਯੋਗ ਹੈ। ਇਹ ਜੇ ਗੁਰੂ ਜਿਹੜਾ ਆਪਣੇ ਪਿਆਰਿਆਂ ਦੇ ਨਾਲੋਂ ਆਪਣੇ ਪਿਆਰ ਨੂੰ ਪ੍ਰੈਫਰੈਂਸ ਦਿੰਦਾ, ਪ੍ਰੈਫਰੈਂਸ, ਇਹ ਕਿੰਨਾ ਕੁ ਲਾਗੇ ਹੈ। ਇੱਕ ਸਿੱਖ ਭਾਈ ਤਲੋਕਾ, ਉਹ ਰਾਜੇ ਦਾ ਬਾਡੀਗਾਰਡ ਸੀ, ਜਿਹਨੂੰ ਅੰਗ ਰੱਖ ਕੇ ਨੇ। ਅੱਜ ਕੱਲ੍ਹ ਬਾਡੀਗਾਰਡਾਂ ਦਾ ਬੜਾ ਜ਼ੋਰ ਹੈ, ਮੈਂ ਤਕਰੀਬਨ ਤਬਾਹ ਲਾਉਂਦਾ ਰਹਿਣਾ ਹੈ। ਗਿਆਨੀ ਜੀ ਬਾਡੀਗਾਰਡ ਲੈ ਜੇ, ਮੈਂ ਕਿਹਾ ਵੀ ਕਾਹਦੇ ਲਈ? ਵੀ ਬਾਡੀਗਾਰਡ ਤਾਂ ਲਵਾਂ ਵੀ ਬਾਡੀ ਨੂੰ ਚੁੱਕੀ ਫਿਰਨਗੇ, ਬਾਡੀ ਸਵਾਸ ਤਾਂ ਕਰਤਾਰ ਦੇ ਵਸ ਨੇ। ਵੀ ਇਕੱਲੀ ਬਾਡੀ ਵੀ ਕਿਸ ਕੰਮ ਹੈ? ਬਾਡੀਗਾਰਡ ਬਾਡੀ ਤੱਕ ਸੀਮਤ ਨੇ, ਲੇਕਿਨ ਸਵਾਸ ਕਰਤਾਰ ਦੇ ਵਸ ਨੇ। ਤੇ ਗੁਰਮੁਖੋਂ ਵਧਾਇਆ ਵਧਣੇ ਨਹੀਂ ਤੇ ਘਟਾਇਆ ਘਟਣੇ ਨਹੀਂ। ਇਹ ਬਾਡੀ ਭਾਵੇਂ ਹੁਣ ਧੋਈ ਫਿਰਨ ਤੇ ਪਿੱਛੋਂ ਧੋਈ ਫਿਰਨ, ਬਾਡੀਗਾਰਡ ਦਾ ਕੋਈ ਮਤਲਬ ਹੀ ਨਹੀਂ। ਸਾਡਾ ਬਾਡੀਗਾਰਡ ਕੌਣ ਹੈ? ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦਿਆ ਏਕਾ ਲਿਵਲਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਮੈਂ ਇਹ ਤਕਰੀਬਨ ਬੇਨਤੀ ਕਰਦਾ, ਮੈਂ ਗੱਡੀ 'ਚ ਬੈਠਾ ਹੁਣ ਬਹਿਣਾ, ਮੈਂ ਉਦੋਂ ਪੜ੍ਹਦਾ ਹੁੰਦਾ, ਦੁਕਾਲੰਗ ਪਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ, ਅਪੰਗੰ ਭੂਤੇ ਬਿਗਨ ਨਾ ਕੋਉ ਲਾਗਤਾ, ਪ੍ਰਭ ਪਏ ਅਰਦਾਸ। ਉਹਦੇ ਅੱਗੇ ਅਰਦਾਸ ਕਰੋ, ਬਿਗਨ ਲੱਗੇਗਾ ਕੋਈ ਨਹੀਂ। ਭਾਈ ਤਲੋਕਾ ਬਾਡੀਗਾਰਡ ਸੀ ਕਿਸੇ ਰਜਵਾੜੇ ਦਾ। ਸ਼ਿਕਾਰ ਖੇਡਣ ਗਏ, ਹਥਿਆਰ ਸੀ ਕੋਲ। ਇੱਕ ਹਿਰਨੀ ਦਾ
ਬੱਚਾ ਮਾਰਿਆ ਗਿਆ, ਮਨ ਨੂੰ ਵਿਰਾਗ ਹੋ ਗਿਆ। ਸਤਿਗੁਰੂ ਪਾਤਸ਼ਾਹ ਦੇ ਕੋਲ ਆ, ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਮੈਨੂੰ ਦੁੱਖ ਹੋਇਆ, ਹਿਰਨੀ ਦਾ ਬੱਚਾ ਤੜਪ ਤੜਪ ਕੇ ਮਰ ਗਿਆ। ਜਿਵੇਂ ਆਪਾਂ ਭਾਈ ਮਾਧੂ ਦਾਸ ਬਾਬੇ ਬੰਦਾ ਸਿੰਘ ਦਾ ਪ੍ਰਸੰਗ ਪੜ੍ਹਦੇ ਆ, ਹਜ਼ੂਰ ਕਹਿੰਦੇ ਗੁਰਮੁਖਾ ਡਿਊਟੀ ਕਰਨੀ ਹੈ, ਹਥਿਆਰ ਤਾਂ ਰੱਖਣੇ ਪੈਣਗੇ ਨਾ। ਪਰ ਉਹਦੇ ਮਨ ਵਿੱਚ ਇੰਨਾ ਵਿਰਾਗ ਆਇਆ ਹੈ, ਉਹ ਇੰਨਾ ਦਬਾ ਗਿਆ ਵਿਰਾਗ ਦੇ ਨਾਲ ਕਿ ਉਹਨੇ ਆਪਣੀ ਕਿਰਪਾਨ ਦੇ ਵਿੱਚ ਲੋਹੇ ਦੀ ਥਾਂ ਤੇ ਲੱਕੜ ਦੀ ਕਿਰਪਾਨ ਪਾ ਲਈ। ਹੁਣ ਪੇਟ ਲੱਗਾ ਹੈ, ਜੇ ਕਿਰਪਾਨ ਨਹੀਂ ਪਾਉਂਦਾ ਤਾਂ ਕਿਹਨੇ ਜਾ ਖਾਲੀ, ਅਸੀਂ ਤੇਰੇ ਤੋਂ ਲੈਣਾ ਕੀ ਹੈ। ਉਹਦਾ ਰੋਟੀ ਦਾ ਮਸਲਾ, ਤੇ ਉਹਦੇ ਮਨ 'ਚ ਇੰਨੀ ਗਹਿਰੀ ਸੱਟ ਤੇ ਵੀ ਨਾ ਮੇਰੇ ਕੋਲ ਹਥਿਆਰ ਹੋਵੇ ਤੇ ਨਾ ਮੈਂ ਕਿਸੇ ਨੂੰ ਮਾਰਾਂ। ਜਿਹੜੇ ਚੁਗਲ ਨੇ ਨਾ, ਇਹ ਗੁਰਮੁਖੋ ਭਾਵੇਂ ਕਿੰਨੀ ਸਪਰੇਅ ਕਰ ਲਓ, ਇਹ ਨਹੀਂ ਮਰਦੇ, ਨਾ ਮੁੱਕਦੇ ਨਹੀਂ। ਜਿਹੜੇ ਚੁਗਲ ਨੇ ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਚੁਗਲਾਂ ਦੀ ਇੰਨੀ ਗਿਣਤੀ ਜ਼ਿਆਦੀ ਹੈ। ਉਹ ਸਾਡੇ ਕਵੀ ਭਰਾ ਕਹਿੰਦੇ ਚੁਗਲ ਖੋਰ ਨਾ ਚੁਗਲੀਆਂ ਮੂਲ ਟਲਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਰਜਵਾੜੇ ਨੂੰ ਜਾ ਕੇ ਸ਼ਿਕਾਇਤ ਕੀਤੀ, ਬੜਾ ਤਲੋਕਾ ਤੁਸੀਂ ਗਾਂਹ ਗਾਂਹ ਕਰਦੇ ਹੋ ਨਾ, ਇਹਦੇ ਕੋਲ ਹਥਿਆਰ ਕੋਈ ਨਹੀਂ। ਰੱਬ ਨਾ ਕਰੇ ਕਿਤੇ ਅਭੀ ਨਬੀ ਬਣ ਕੇ ਕੋਈ ਤੁਹਾਡੇ ਦਾਲੇ ਆ ਗਿਆ ਤੇ ਇਹ ਰੱਖਿਆ ਕਿਵੇਂ ਕਰੇਗਾ। ਪਰ ਭਾਈ ਤਲੋਕੇ ਦਾ ਉਹਦੇ ਮਨ ਵਿੱਚ ਇੰਨਾ ਸਤਿਕਾਰ ਸੀ ਵੀ ਜੇ ਮੈਂ ਸਿੱਧਾ ਇਹਨੂੰ ਕਿਹਾ ਤੇ ਸੱਚਾ ਹੈ ਤੇ ਇਹਨੇ ਕਹਿਣਾ ਵੀ ਮੇਰੇ ਤੇ ਸ਼ੱਕ ਕੀਤਾ ਤੇ ਮੈਂ ਰਾਜਨੀਤੀ ਵਰਤਾਂ। ਉਹਨੇ ਚੁਗਲਾਂ ਦੇ ਮਗਰ ਲੱਗ ਕੇ ਉਸ ਗੱਲ ਨੂੰ ਗੁਪਤ ਰੱਖਿਆ। ਇੱਕਦਮ ਆਪਣੇ ਅੰਗ ਰੱਖਾਂ ਨੂੰ ਕਹਿਣ ਲੱਗਾ ਵੀ ਮਿੱਤਰੋ ਮੈਂ ਤੁਹਾਡੇ ਹਥਿਆਰ ਵੇਖਣੇ ਵਿਖਾਓ। ਹੁਣ ਜੇ ਤਾਂ ਉਹ ਘਰੋਂ ਆਉਂਦਾ ਤੇ ਠੀਕ ਸੀ, ਹੁਣ ਇੱਕਦਮ ਕਹਿ ਦਿੱਤਾ। ਉਹਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ, ਪਾਤਸ਼ਾਹ ਮੈਂ ਤੇਰੇ ਬਾਰੇ ਸੁਣਿਆ ਵੀ ਇੱਥੇ ਉੱਥੇ ਰਖਵਾਲਾ, ਉਥੋਂ ਦੀ ਗੱਲ ਤਾਂ ਫੇਰ ਆਵੇਗੀ ਨਾ, ਪਹਿਲਾਂ ਇੱਥੇ ਮੇਰੇ ਤੇ ਕਿਰਪਾ ਕਰ, ਮੇਰੀ ਪਤ ਰਹਿ ਜਾਏ। ਇਹ ਗੱਲ ਜੇ ਗਜਨੀ ਸ਼ਹਿਰ ਦੀ, ਗਜਨੀ ਦੀ। ਇਧਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵੀਰੀ ਪੀੜ ਦੇ ਮਾਲਕ, ਉਹਨਾਂ ਨੇ ਇੱਕਦਮ ਆਪਣੀ ਸ੍ਰੀ ਸਾਹਿਬ ਕੱਢੀ, ਇਉਂ ਹਿਲਾਉਂਦੇ ਨੇ ਤੇ ਸਾਡੇ ਵਰਗੇ ਸਿੱਖ ਵਿਚਾਰਾਂ ਵਿੱਚ ਪੈ ਗਈ ਵੀ ਪਾਤਸ਼ਾਹ ਪਤਾ ਨਹੀਂ ਕੀ ਕਰਦੇ ਨੇ। ਕਹਿਣ ਲੱਗੇ ਪਾਤਸ਼ਾਹ ਕੀ ਗੱਲ ਕਹਿੰਦੇ? ਗੁਰਮੁਖੋ ਦੱਸਾਂਗੇ ਸਮੇਂ ਦੇ ਨਾਲ। ਉਧਰ ਜਦੋਂ ਉਹ ਹਾਕਮ ਆਇਆ, ਉਹਨੇ ਲੱਕੜ ਦੀ ਕਿਰਪਾਨ ਕੱਢੀ ਤੇ ਜਿਵੇਂ ਚਮਕੀ ਇਹ ਚਮਕ, ਜਿਵੇਂ ਗੁਰਦੇਵ ਨੇ ਚਮਕ ਮਾਰੀ ਨਾ, ਗਿਆਨੀ ਜੀ ਤੁਹਾਨੂੰ ਕਥਾ ਲਈ ਬੁਲਾਇਆ, ਤੁਸੀਂ ਝੂਠ ਬਹੁਤ ਬੋਲਦੇ ਹੋ, ਬਹੁਤ ਕੁਫਰ ਤੋਲਦੇ ਹੋ, ਸਤਿਕਾਰ ਕਰਦੇ ਸਮਝੀ ਸਾਹਿਬ ਤੁਸੀਂ ਕਥਾ ਕਰਦੇ ਹੋ, ਇਹ ਕਿਵੇਂ ਹੋ ਸਕਦਾ ਹੈ? ਇੱਥੇ ਕਿਰਪਾਨ ਚਮਕਾਈ ਜਾਏ ਤੇ ਉੱਥੇ ਦਿਖੇ। ਉਹ ਦੱਸੋ ਹੋ ਸਕਦਾ ਜੇ ਬਾਬਾ ਬਿਧੀ ਚੰਦ ਪੱਠ ਵਿੱਚ ਬੈਠਾ ਹੈ, ਡੋਲੀ ਤੇ ਪਾਣੀ ਪਵਾ ਲਿਆ, ਜੇ ਪਾਣੀ ਆ ਸਕਦਾ ਤੇ ਕੀ ਨਹੀਂ ਹੋ ਸਕਦਾ। ਜੇ ਡੋਲੀ ਦਾ ਪਾਣੀ ਪੱਟੀ ਆ ਸਕਦਾ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਕਿਰਪਾਨ ਦਾ ਚਮਕਾਰਾ ਗਜਨੀ ਕਿਉਂ ਨਹੀਂ ਪਹੁੰਚ ਸਕਦਾ। ਹਾਕਮ ਦੇ ਜਦੋਂ ਨਿਗਾਹ ਬੰਦ ਹੋ ਗਈ, ਇਤਿਹਾਸ ਦੇ ਵਿੱਚ ਲਿਖਿਆ ਕਿ ਉਹਦੀ 5 ਰੁਪਏ ਰੋਜ਼ਾਨਾ ਤਨਖਾਹ ਵਧਾ ਦਿੱਤੀ ਗਈ। ਉਹ ਗੁਰੂ ਦਾ ਸ਼ੁਕਰਾਨਾ ਕਰਨ ਲਈ ਆਇਆ। ਇਸੇ ਤਰ੍ਹਾਂ ਦਾ ਇੱਕ ਪਾਰੀ, ਕਿਉਂਕਿ ਗੁਰੂ ਦੇ ਸਿੱਖ ਕੋ ਪਾਰੀ ਹੈ, ਕੋਈ ਕੁਰਸਾਨ ਨੇ, ਵੱਖ-ਵੱਖ ਧੰਦਿਆਂ ਵਾਲੇ ਨੇ, ਗੁਰੂ ਸਾਰਿਆਂ ਦਾ ਸਾਂਝਾ ਹੈ। ਇੱਕ ਗੁਰਮੁਖ ਪਿਆਰਾ ਭਾਈ ਕਟਾਰੂ ਕਰਕੇ ਉਹਦਾ ਨਾਂ ਲਿਖਿਆ, ਦੁਕਾਨਦਾਰ ਸੀ, ਦੁਕਾਨ ਕਰਦਾ ਹੈ। ਵੱਟਿਆਂ ਦੀ ਚੈਕਿੰਗ ਵਾਲੇ ਆ ਗਏ। ਮਨ ਕਰਕੇ ਯਾਦ ਰੱਖਿਆ, ਜੇ ਮਨ ਕਰਕੇ ਗੁਨਾਹ ਕਰਨਾ ਪਾਪ ਹੈ। ਵੈਸੇ ਆਪਾਂ ਪੈਰ ਪੈਰ ਤੇ ਭੁੱਲਦੇ ਹਾਂ। ਜੇ ਆਪਾਂ ਕਹਿੰਦੇ ਮੈਂ ਗੁਨਾਹ ਨਹੀਂ ਕਰਦਾ, ਆਪਾਂ ਪੈਰ ਪੈਰ ਤੇ ਗਲਤੀ ਕਰਦੇ ਹਾਂ, ਪਰ ਮਨ ਕਰਕੇ ਗੁਨਾਹ ਕਰਨ ਤੋਂ ਬਚਣਾ ਕਰੀਏ। ਤੇ ਗੁਨਾਹ ਕਿਵੇਂ ਬਚਾਂਗੇ? ਉਹਦਾ ਤਰੀਕਾ ਇੱਕ ਉਹ ਹੈ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਦੋਂ ਗੁਰੂ ਨੂੰ ਮਨ ਦੇ ਦਿੱਤਾ ਤੇ ਗੁਰਮੁਖ ਵੀ ਮਨ ਗੁਰੂ ਆਪਣੀ ਮਰਜ਼ੀ ਦੇ ਮੁਤਾਬਿਕ ਚਲਾਵੇਗਾ। ਪਰ ਨਾਲ ਗੁਰਦੇਵ ਨੇ ਸਾਨੂੰ ਸੁਚੇਤ ਵੀ ਕੀਤਾ, ਮਨ ਕੀ ਬਾਤ ਤਿਆਗੋ ਹਰ ਜਨ। ਨਾਲ ਗੁਰੂ ਨੇ ਆਖਿਆ ਇਹ ਬਾਤ ਕਠੈਨੀ, ਦੁਲਾਵਾਂ ਨੇ। ਹਰੀ ਦੇ ਜਨੋ ਮਨ ਦੀ ਮੱਤ ਨੂੰ ਛੱਡੋ, ਪਰ ਕੰਮ ਔਖਾ ਜੇ। ਆਗੇ ਚੈਕਿੰਗ ਕਰਨ ਵਾਲੇ ਕਹਿਣ ਲੱਗਾ, ਪਾਤਸ਼ਾਹ ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ, ਪਰ ਭੁੱਲਣਾ ਪਰ ਹਾਂ ਤਾਂ ਤੇਰੇ ਨਾਲ। ਇਧਰ ਅਕਾਲ ਤਖਤ ਸਾਹਿਬ ਮੇਰਾ ਸ਼ਹਿਨशाह ਸਜਿਆ ਹੈ। ਗੁਰੂ ਕੇ ਸਿੱਖ ਆਪੋ ਆਪਣੀ ਭਾਵਨਾ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਨੂੰ ਭੇਟਾ ਭੇਟ ਕਰ ਰਹੇ ਨੇ। ਇੱਕ ਸਿੱਖ ਦੇ ਕੋਲ ਟਕਾ ਹੈ, ਟਕਾ ਉਹ ਪਿੱਛੇ ਖਲੋਤਾ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸੇਵਾਦਾਰ ਨੂੰ ਆਖਿਆ, ਗੁਰਮੁਖਾ ਉਹ ਸਿੱਖ ਨੂੰ ਕਹੇ ਵੀ ਜਲਦੀ ਜਲਦੀ ਮੇਰੇ ਕੋਲ ਆਵੇ। ਸਿੱਖ ਪਿੱਛੇ ਟਕੇ ਵਾਲਾ ਜਿਹਨੇ ਟਕਾ ਭੇਟ ਕਰਨਾ।
ਸੇਵਾਦਾਰ ਨੂੰ ਆਖਿਆ, ਗੁਰਮੁਖੋ ਸਿੱਖ ਨੂੰ ਜਾ ਕੇ ਕਹਿ ਵੀ ਜਲਦੀ ਜਲਦੀ ਟਕਾ ਮੈਨੂੰ ਦੇਵੇ। ਆਇਆ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਟਕਾ ਆਪਣੇ ਹੱਥ ਤੇ ਰੱਖਿਆ। ਕਦੇ ਸੱਜੇ ਤੇ ਰੱਖਦੇ ਨੇ, ਕਦੇ ਖੱਬੇ ਤੇ ਰੱਖਦੇ ਨੇ। ਸਾਡੇ ਵਰਗੇ ਸਿੱਖ ਵਿਚਾਰਾਂ 'ਚ ਪੈ ਗਏ। ਅੱਜ ਗੁਰੂ ਟਕੇ ਨਾਲ ਖੇਡਦਾ ਹੈ। ਸਾਡੀ ਸੋਚ ਹੈ ਨਾ, ਕਹਿੰਦੇ ਗੁਰਮੁਖੋ ਗੁਰੂ ਟਕੇ ਨਾਲ ਖੇਡਦਾ ਨਹੀਂ, ਗੁਰੂ ਟਕਾ ਪੂਰਾ ਕਰ ਰਿਹਾ ਜੇ। ਚਲੇ ਗਏ ਜਦੋਂ ਵੱਟੇ ਤੋਲੇ ਤੇ ਪੂਰੇ ਹੋ ਗਏ। ਮੁਲਾਜ਼ਮਾਂ ਦੇ ਜਾਣ ਤੋਂ ਬਾਅਦ ਭਾਈ ਕਟਾਰੂ ਦੇ ਮਨ ਵਿੱਚ ਆਇਆ ਵੀ ਮਨਾ ਵੇਖਾਂ ਤਾਂ ਸਹੀ ਇਹ ਵੱਟੇ ਪੂਰੇ ਕਿ ਨਹੀਂ। ਜਦੋਂ ਤੋਲ ਕੇ ਵੇਖਿਆ ਤੇ ਟਕਾ ਘੱਟ। ਉਹ ਸਾਡੇ ਵਰਗਾ ਨਸ਼ੁਕਰਾ ਨਹੀਂ ਸੀ, ਆਪਾਂ ਨਸ਼ੁਕਰੇ ਹਾਂ। ਜਿੰਨਾ ਚਿਰ ਆਪਾਂ ਨੂੰ ਕੰਮ ਹੈ ਉਹਨਾਂ ਚਿਰ ਗੁਰਦੁਆਰੇ ਝਾੜੂ ਵੀ ਮਾਰਾਂਗੇ, ਦੇਗ ਵੀ ਕਰਾਵਾਂਗੇ। ਜਿੱਦਣ ਕੰਮ ਹੋ ਗਿਆ ਆਪਾਂ ਕਹਿਣਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਤੁਸੀਂ ਗੁਰਦੁਆਰੇ ਰਹੋ ਤੇ ਅਸੀਂ ਆਪਣੇ ਰਿਸ਼ਤੇਦਾਰ ਨੂੰ ਬਾਹਰਲਿਆਂ ਨੂੰ ਫੋਨ ਕਰ ਲਈ। ਹੁਣ ਨਹੀਂ ਸਾਡੇ ਕੋਲੋਂ ਗੁਰਦੁਆਰੇ ਆਇਆ ਜਾਂਦਾ। ਸਾਡੀ ਇਹ ਅਵਸਥਾ ਹੈ। ਅਸੀਂ ਮਤਲਬ ਤੱਕ ਸੀਮਤ ਹਾਂ ਕਿ ਗੁਰੂ ਸਾਨੂੰ ਸਮੱਤ ਦੇਵੇ। ਪਰ ਉਹ ਸਿੱਖ ਸਾਡੇ ਵਰਗਾ ਨਹੀਂ ਸੀ। ਆਇਆ ਪ੍ਰਦੇਸ਼ ਵਿੱਚੋਂ, ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਪੁੱਛਿਆ ਵੀ ਪਾਤਸ਼ਾਹ ਕੀ ਚੱਕਰ ਸੀ ਅੱਜ ਤੁਸੀਂ ਵਾਰ-ਵਾਰ ਟਕੇ ਨੂੰ ਸੱਜੇ ਖੱਬੇ ਕਰਦੇ ਸੀ। ਹਜੂਰ ਹੱਸ ਕੇ ਕਹਿਣ ਲੱਗੇ, ਗੁਰਮੁਖੋ ਚੱਕਰ ਕੋਈ ਨਹੀਂ ਸੀ, ਮੈਂ ਕਿਸੇ ਨੂੰ ਚੱਕਰ ਚੋਂ ਕੱਢਦਾ ਸਾਂ। ਜਿਹੜਾ ਸਾਡਾ ਗੁਰੂ ਹੈ ਨਾ ਇਹ ਸਾਨੂੰ ਚੱਕਰਾਂ ਚੋਂ ਕੱਢਦਾ, ਚੱਕਰਾਂ ਚੋਂ। ਵੱਟਾ ਤੋਲਿਆ ਟਕਾ ਘੱਟ। ਉਹਨੇ ਗੁਰਮੁਖੋ ਅਗਲੇ ਦਿਨ ਤਿਆਰੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ ਆ ਗਿਆ ਜੇ ਟਕੇ ਵਾਲਾ। ਇਹਦਾ ਟਕਾ ਘੱਟ ਸੀ, ਇਹਦਾ ਟਕਾ ਪੂਰਾ ਕੀਤਾ ਹੈ। ਇਹ ਜੇ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਹੜਾ ਹਰ ਗਰੀਬ ਕੋਲ ਪਹੁੰਚਦਾ ਮਾਫੀ ਦਿਆ ਜੇ। ਆਪਾਂ ਗੁਰੂ ਦਾ ਕਦਰ ਨਹੀਂ ਕਰਦੇ, ਆਪਾਂ ਗੁਰੂ ਦੀ ਮੰਨਦੇ ਨਹੀਂ। ਇੱਕ ਭਾਈ ਆਕਲ ਹੋਇਆ, ਉਹਦੇ ਘਰ ਬੇਟੀ ਜੰਮੀ, ਉਹਦਾ ਨਾਮ ਸੂਰਤੀ ਹੈ। ਹੁਣ ਤਾਂ ਨਾਮ ਵੀ ਬੜੇ ਚੰਦਰੇ ਨੇ। ਬੇਟੀ ਦੀ ਸ਼ਾਦੀ ਕੀਤੀ, ਧੀ ਨੂੰ ਤੋਰਿਆ, ਅਰਦਾਸ ਕੀਤੀ, ਮਹਾਰਾਜ ਮੈਂ ਜਨਮ ਦਿੱਤਾ ਤੇ ਕਰਮ ਤੂੰ ਦੇ ਦੀ। ਕਰਮ ਦਾ ਭਾਵਨ ਦਾ ਭਾਗ ਆਪਾਂ ਜਨਮ ਦੇ ਸਕਦੇ ਹਾਂ, ਲੇਕਿਨ ਕਰਮ ਇਹ ਦਿੰਦਾ ਹੈ। ਤੇ ਕਰਮ ਦੇਵੇਗਾ ਕਦੋਂ? ਜਦੋਂ ਇਹਦੇ ਅੱਗੇ ਹੱਥ ਅੱਡਾਂਗੇ। ਯਾਦ ਰੱਖਿਆ, ਜੇ ਹੱਥ ਅੱਡਾਂਗੇ ਤਾਂ ਬਣੇ। ਬਾਪ ਬਾਣੀ ਪੜ੍ਹਦਾ ਹੈ, ਧੀ ਬਾਣੀ ਪੜ੍ਹਦੀ ਹੈ। ਸੰਸਕਾਰ ਸਨ, ਬੀਬੀ ਡੋਲੀ 'ਚ ਬੈਠੀ, ਉਹਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਅੱਜ ਭਾਵੇਂ ਬੀਬੀ ਹੈ ਤੇ ਭਾਵੇਂ ਕਾਕਾ ਹੈ, ਤੁਸੀਂ ਵੀ ਮੇਰੇ ਵਰਗੇ ਹੋ। ਮੈਂ ਅੱਗੇ ਪੜ੍ਹਦਾ ਸਾਂ 5 ਗ੍ਰਹਿ ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਮੈਂ ਇਹ 6ਵਾਂ ਯੁੱਗ ਬਣਾਤਾ। ਇੱਕ ਨਵਾਂ ਮੋਬਾਈਲ ਆ ਗਿਆ ਜਿਹਨੇ ਸਾਡਾ ਬੇੜਾ ਗਰਕ ਕਰ ਕੱਤਿਆ। ਹਰ ਇੱਕ ਬੰਦਾ ਉਹਦੇ ਤੇ ਹੱਥ ਮਾਰੀ ਜਾਂਦਾ। ਨਾ ਪਿਓ ਦਾ ਕੋਈ, ਪਿਓ ਮੇਰਾ ਕੋਲ ਬੈਠਾ, ਭਰਾ ਬੈਠਾ, ਕਿਸੇ ਨੂੰ ਕੋਈ ਨਹੀਂ, ਐਂ ਕਰੀ ਜਾਂਦੇ ਨੇ। ਤੇ ਮੈਨੂੰ ਕਹਿੰਦੇ ਗਿਆਨੀ ਜੀ ਕਿਉਂ? ਮੈਂ ਕਿਹਾ ਇਹਨਾਂ ਦੀ ਕਰਮ ਹਾਰ ਦੇ ਗਈ, ਇਹਨਾਂ ਦੇ ਕਰਮ ਸਾਥ ਨਹੀਂ ਦਿੰਦੇ। ਆਪਾਂ ਉਂਗਲਾਂ ਮਾਰੀ ਜਾਂਦੇ ਆ। ਇਹ ਆਪਾਂ ਆਪਣੀਆਂ ਰੇਖਾ ਮਿਟਾ ਰਹੇ, ਰੇਖਾ। ਬੀਬੀ ਨੇ ਬਾਣੀ ਪੜ੍ਹੀ, ਬਾਣੀ ਪੜ੍ਹੀਏ, ਮੈਂ ਬੇਨਤੀ ਕੀਤੀ, ਪਹਿਲਾਂ ਪੰਕਤੀ ਪੜ੍ਹੀ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ। ਬਹਾਨਾ ਬਣਿਆ, ਡੋਲੀ ਕੋਲ ਡੋਲੀ ਆ ਗਈ। ਬੀਬੀ ਦੇ ਕੰਨਾਂ 'ਚ ਆਵਾਜ਼ ਪਈ, ਕਹਿਣ ਲੱਗੀ ਤਾਇਆ ਆਪਣੇ ਕਰਮ ਚੰਗੇ, ਆਸਾ ਦੀ ਵਾਰ ਦਾ ਕੀਰਤਨ ਦਾ ਆਪਾਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕ ਲਈਏ, ਪਤਾ ਨਹੀਂ ਮੁੜ ਕੇ ਗੁਰੂ ਕੋਲ ਆਇਆ ਜਾਣਾ ਕਿ ਨਹੀਂ ਆਇਆ ਜਾਣਾ। ਮੈਂ ਤਾਂ ਅਨਮਤੀਆਂ ਦੇ ਵਿਆਹੀ ਗਈ ਆ। ਤੇ ਬੇਬੇ ਕੇ ਬਾਪੂ ਕਹਿੰਦਾ ਹੁੰਦਾ ਵੀ ਗੁਰੂ ਕਰਮ ਬਦਲ ਦਿੰਦਾ ਹੈ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਗੁਰੂ ਅਰਜਨ ਸੱਚੇ ਪਾਤਸ਼ਾਹ ਸਭਾਏ ਮਾਨ ਨੇ। ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ ਵੀ ਕਦੇ ਆਪਾਂ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਕਿਸੇ ਨੇ? ਕੋਈ ਬੰਦਾ ਕਵੇ ਆਪਾਂ ਤਾਂ 5 ਨਿਤਨੇਮ ਦੀਆਂ ਬਾਣੀਆਂ ਤਾਂ ਪੜ੍ਹਦੇ ਵੀ ਸਾਨੂੰ ਗੁਰੂ ਨੇ ਹੁਕਮ ਕੀਤਾ ਤੇ ਮਜਬੂਰੀ ਹੈ, ਮਜਬੂਰੀ। ਗਿਆਨੀ ਜੀ ਨਿਤਨੇਮ ਨਿਬੇੜ ਕੇ ਆ, ਮੈਨੂੰ ਕਈ ਕਹਿਣਗੇ ਜੀ ਮੈਂ 5 ਮਿੰਟ ਹੀ ਨਿਤਨੇਮ। ਮੈਂ ਕਿਹਾ ਤੇਰਾ ਬੇੜਾ ਕਰਕੇ ਤੂੰ ਨਿਬੜ ਜਾ, ਗਏ ਹੋ ਜਾ। ਬਾਣੀ ਨਿਬੇੜ ਲਈ ਹੈ,
ਬਾਣੀ ਧਾਰ ਲਈ ਹੈ, ਇਹ ਸਾਨੂੰ ਸਜ਼ਾ ਨਹੀਂ, ਇਹ ਇਸ਼ਕ ਹੈ ਉਸ ਪ੍ਰਮਾਤਮਾ ਨਾਲ ਆਪਣੇ ਆਪ ਨੂੰ ਰੀਕਨੈਕਟ ਕਰਨ ਦਾ। ਜਿਹੜੀ ਬਾਣੀ ਹੈ ਨਾ, ਇਹ ਸਾਨੂੰ ਰੀਕਨੈਕਟ ਕਰਦੀ, ਪਰ ਆਪਾਂ ਤਾਂ ਵਿੱਚੋਂ ਕੱਟੀ ਜਾਣੇ ਲੈ ਕੇ ਜਮੂਰ। ਜਿੰਨਾ ਵੱਧ ਤੋਂ ਵੱਧ ਟਾਈਮ ਲਵਾਂ, ਸਾਡਾ ਸਵਾਸ ਆ ਕਾਗਜ਼ ਨੇ ਨਾ, ਇਹਦੀ ਕੋਈ ਵੈਲਿਊ ਨਹੀਂ। ਲੇਕਿਨ ਕਾਗਜ਼ ਤੇ ਮੋਹਰ ਲੱਗ ਗਈ, ਯੂਰੋ ਬਣ ਗਿਆ, ਡਾਲਰ ਬਣ ਗਿਆ, ਪਾਉਂਡ ਬਣ ਗਿਆ, ਸਵਾਸ ਦੀ ਇੱਕ ਕੀਮਤ ਨਹੀਂ। ਪਰ ਜੇ ਗੁਰੂ ਕਾ ਸ਼ਬਦ ਨਾਮ ਨਾਲ ਜੁੜ ਗਿਆ ਤੇ ਸਾਡੇ ਸਵਾਸ ਬਕੀਮਤੀ ਹੋ ਜਾਣਗੇ। ਸਾਡੇ ਤੇ ਬਾਪੂ ਨੇ ਏਡੀ ਵੱਡੀ ਗਰੰਟੀ ਦਿੱਤੀ, ਕਿਸੇ ਦਿੱਤੀ ਨਹੀਂ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮੁੱਕਦੀ ਗੱਲ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਬੀਬੀ ਨੇ ਮੱਥਾ ਟੇਕਿਆ, ਪੁੱਬਾਂ ਨਿਕਲ ਗਈਆਂ। ਗੁਰਦੇਵ ਕਹਿੰਦੇ ਬੀਬੀ ਰੋਣ ਦੀ ਜਗ੍ਹਾ ਹੈ, ਬਚੀਏ ਬਚੀਏ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਕਰਤੇ ਦੀ ਵਡਿਆਈ ਕਰਨ ਦਾ ਟਾਈਮ ਹੈ। ਗੁਰੂ ਪਿਤਾ ਜੀ ਮੈਂ ਅਨਮਤੀਆਂ ਦੇ ਵਿਆਹੀ ਗਈਆਂ। ਭਾਈ ਗੁਰਦਾਸ ਜੀ ਕੋਲੋਂ ਬੋਲ ਪਏ, ਕਹਿਣ ਲੱਗੇ ਕਿਤੇ ਵਿਆਹੀ ਗਈ ਧੀ, ਹੁਣ ਕਰਮ ਬਦਲ ਗਈ। ਉਹ ਗੱਲਾਂ ਗਈਆਂ ਆਈਆਂ। ਭਾਈ ਸਾਧੂ ਨੇ ਮੱਥਾ ਟੇਕਿਆ, ਬੀਬੀ ਦੇ ਪਤੀ ਨੇ। ਗੁਰੂ ਅਰਜਨ ਸੱਚੇ ਪਾਤਸ਼ਾਹ ਸਭੇ ਕਾਜ ਸੁਹੇਲੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ ਧੀਏ ਰੋਨੀ ਹੈ। ਤੂੰ ਬ੍ਰਹਮ ਗਿਆਨੀ ਦੀ ਮਾਂ ਬਣਨਾ, ਬ੍ਰਹਮ ਗਿਆਨੀ ਦੀ। ਤੇਰੀ ਕੁੱਖ ਤੋਂ ਬ੍ਰਹਮ ਗਿਆਨੀ ਨੇ ਜਨਮ ਲੈਣਾ। ਬੀਬੀ ਦੇ ਘਰ ਬੇਟਾ ਜੰਮਿਆ, ਗੁਰਦੇਵ ਕੋਲ ਲੈ ਕੇ ਆਏ। ਹੁਣ ਜਾਂਦੇ ਨੇ ਕਬਰਾਂ ਉੱਪਰ ਦੇਗ ਕਰਾਉਣ, ਹੁਣ ਜਾਂਦੇ ਨੇ ਪੁੱਛਣਾ ਪਾਉਣ, ਹੁਣ ਜਾਂਦੇ ਨੇ ਗ੍ਰਹਿ ਟਾਲਣ, ਹੁਣ ਜਾਂਦੇ ਨੇ ਨਾਰੀਅਲ ਨਦੀ ਵਿੱਚ ਰੋੜਨ। ਜੇ ਨਾਰੀਅਲ ਨਦੀ ਵਿੱਚ ਰੋੜਿਆ ਗ੍ਰਹਿ ਟਲ ਜਾਏ, ਜਿਹੜਾ ਤੁਹਾਨੂੰ ਦੱਸਦਾ ਉਹਨੂੰ ਤੋਂ ਗ੍ਰਹਿ ਆਉਣਾ ਹੀ ਨਹੀਂ ਚਾਹੀਦਾ। ਮੈਂ ਖੁੱਲਾ ਬੋਲਦਾ, ਜਿੰਨੇ ਮਰਜ਼ੀ ਤੁਸੀਂ ਗ੍ਰਹਿ ਮੈਨੂੰ ਫੜਾ ਦਿਓ, ਵੇਖਿਆ ਜੇ ਮੈਂ ਕਿਵੇਂ ਉਹਨੂੰ ਚੱਬਦਾ। ਆ ਕਹਿੰਦੇ ਗ੍ਰਹਿ ਲਿਆਓ ਮੈਨੂੰ ਵਾਰ ਕੇ ਦਿਓ, ਖਾਂ ਵੇਖਿਆ ਮੈਂ ਹੁਣੇ ਚੱਬ ਜਾਂਦਾ। ਹੋਵੇ ਗੁਰੂ ਕਾ ਸਿੱਖ, ਇਹਨਾਂ ਗ੍ਰਹਿਆਂ ਤੋਂ ਟਲੇ। ਯਾਦ ਰੱਖਿਆ, ਜੇ ਗੁਰਬਾਣੀ ਤੋਂ ਵੱਡੀ ਸੁਪਰੀਮ ਪਾਵਰ ਨਹੀਂ। ਆਪਾਂ ਜੇ ਮਰੇ ਆ, ਆਪਾਂ ਗੁਰਬਾਣੀ ਤੋਂ ਟੁੱਟੇ ਤਾਂ ਸਾਡੀ ਮੌਤ ਹੋਈ ਹੈ। ਆਖਾਂ ਜੀਵਾਂ ਬਿਸਰੇ ਮਰ ਜਾਓ, ਪਰ ਨਾਲ ਗੁਰੂ ਬਾਬੇ ਨੇ ਆਖਿਆ ਆਖਣ ਔਖਾ ਸਾਚਾ ਨਾਉ। 6 ਮਿਰਚਾਂ ਇੱਕ ਨਿੰਬੂ ਟੰਗਿਆ ਤੇ ਗ੍ਰਹਿ ਟਲ ਜਾਏਗਾ। ਜਿਹੜਾ ਨਿੰਬੂ ਵੇਚਦਾ ਉਹ ਤਾਂ ਰਾਸ਼ਟਰਪਤੀ ਚਾਹੀਦਾ। ਫਿਰ ਰਾਸ਼ਟਰਪਤੀ ਚੋਣ ਉਹਨੂੰ ਲਾਓ, ਕਿਉਂਕਿ ਉਹ ਤੇ ਰੇਹੜੀ ਨਾਲੇ ਨਿੰਬੂਆਂ ਨਾਲ ਭਰੀ ਹੈ ਤੇ ਨਾਲੇ ਉਹਦੇ ਕੋਲ ਹਰੀਆਂ ਮਿਰਚਾਂ ਨੇ। ਹਰੀਆਂ ਮਿਰਚਾਂ ਤੇ ਨਿੰਬੂਆਂ ਨਾਲ ਗ੍ਰਹਿ ਨਹੀਂ ਜੇ ਟਲਣਾ। ਬੂਹੇ ਅੱਗੇ ਛਿੱਤਰ ਟੰਗਿਆ ਗ੍ਰਹਿ ਨਹੀਂ ਜੇ ਟਲਣਾ। ਗ੍ਰਹਿ ਕਦੋਂ ਟਲੇਗਾ? ਦੋਏ ਕਰ ਜੋੜ ਕਰੂੰ ਅਰਦਾਸ, ਖੁਦ ਭਾਵੈ ਤਾਂ ਆਣੇ ਰਾਸ। ਬੱਚੇ ਦਾ ਜਨਮ ਹੋਇਆ, ਸਤਿਗੁਰੂ ਪਾਤਸ਼ਾਹ ਦੇ ਕੋਲ ਲੈ ਕੇ ਆਏ। ਕਿੰਨੇ ਕਰਮ ਚੰਗੇ ਹੋਣਗੇ ਬੱਚੇ ਦੇ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਮੱਥੇ ਤੇ ਹੱਥ ਰੱਖਿਆ, ਆਖਿਆ ਰੂਪ ਚੰਦ। ਬੱਚਾ ਸਿਆਣਾ ਹੋਇਆ, ਹਲਚਲ ਹੋ ਗਈ, ਝਲ ਚੱਲ ਵੀ ਗਿਆਨੀ ਨੂੰ ਸਰੋਪਾ ਦਿਓ ਤੇ ਲਿਫਾਫਾ ਦਿਓ। ਇਹ ਤਾਂ ਉਂਤਰਾ ਹਟਦਾ ਹੀ ਨਹੀਂ। ਇਹਨੂੰ 6:30 ਤੱਕ ਆਖਿਆ ਸੀ, ਇਹਨੇ ਠੇਕ ਪੱਕਾ ਹੀ ਕਬਜ਼ਾ ਕਰ ਲਿਆ। ਕੋਈ ਇੱਕੋ ਸਾਖੀ ਉਸ ਮੁਸਰ ਹੋਣ ਲੱਗ ਪਈ ਵੀ ਇਹਨੂੰ ਆਖਿਆ ਸੀ 6:30 ਤੱਕ, ਤੇ ਤਾਂ ਇਹਨੇ ਠੇਕਾ ਲੈ ਲਿਆ, ਬਾਕੀ ਨਹੀਂ ਲਾਉਣੇ ਅਸੀਂ। ਇਹਨੂੰ ਸਰੋਪਾ ਦਿਓ ਤੇ ਲਿਫਾਫਾ ਦਿਓ, ਤੁਰਦੇ ਕਰੋ ਇਹਨੂੰ। ਦੂਜੇ ਵੀ ਸੁਣਨੇ ਰੋਬ ਚਾਰ। ਗੁਰਮੁਖੋ ਹੋਇਆ ਕੀ? 14 ਸਾਲ ਦਾ ਬੇਟਾ ਹੋਇਆ। ਮੈਂ ਬੇਨਤੀ ਕਰਿਆ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ, ਕਿੱਡਾ ਵੱਡਾ ਦਾਤਾ, ਕਿੱਡਾ ਵੱਡਾ। ਪਿਓ ਨੇ ਆਖਿਆ ਪੁੱਤ ਪਾਣੀ ਟੰਗ ਪੀਵਾਂਗੇ। ਪੁੱਤ ਨੇ ਪਾਣੀ ਲਾਇਆ, ਕਹਿਣ ਲੱਗਾ ਬਾਪੂ ਇਹ ਪਾਣੀ ਆਪਣੇ ਪੀਣ ਦੇ ਯੋਗ ਨਹੀਂ। ਕਹਿੰਦਾ ਕੋਈ ਪੈ ਗਿਆ? ਬੇਟਾ ਕਹਿੰਦਾ ਪਿਆ ਤਾਂ ਨਹੀਂ, ਪਰ ਬਾਪੂ ਜੇ ਕਿਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਪਾਣੀ ਪੀ ਲੈਣ ਨਾ ਤੇ ਗੱਲ ਬਣ ਜਾਏ। ਪਾਣੀ ਪੀ ਲੈਣ, ਗੱਲ ਬਣ ਜਾਣ। ਪਿਓ ਨੇ ਆਖਿਆ ਪੁੱਤਰਾ ਉਹਨਾਂ ਕਿੱਥੇ ਆਉਣਾ? ਕਹਿਣ ਲੱਗਾ ਬੇਬੇ ਕਹਿੰਦੀ ਹੁੰਦੀ ਐ ਉਹਨਾਂ ਨੇ ਭਿਲਣੀ ਦੇ ਝੂਠੇ ਬੇਰ ਖਾਧੇ। ਭਿਲਣੀ ਕਹਿੰਦੀ ਐ ਭਿਲਣੀ ਦੇ ਝੂਠੇ ਬੇਰ ਖਾਧੇ, ਬਿਦਰ ਦਾ ਲੂਣਾ ਸਾਗ ਖਾਧਾ। ਗੁਰੂ ਨਾਨਕ ਪਾਤਸ਼ਾਹ ਮਦੀਨੇ ਤੋਂ ਚੱਲ ਕੇ ਸੁਲਤਾਨਪੁਰ ਆਏ, ਕਿਉਂ ਨਾ ਆਵੇਗਾ? ਚੰਗਾ ਪੁੱਤ ਤੇਰੀ ਮਰਜ਼ੀ। ਕਿੱਥੇ ਡੋਲੀ, ਕਿੱਥੇ ਉਜਾੜ ਬੀਆਬਾਨ, ਮਾਲਵੇ ਦਾ ਇਲਾਕਾ। ਗੁਰੂ ਅਰਜਨ ਸੱਚੇ ਪਾਤਸ਼ਾਹ ਆਵਾਜ਼ਾਂ ਮਾਰਦਾ, ਪਿਆਰਿਓ ਪਾਣੀ ਦੀ ਘੁੱਟ ਪਿਆਓ, ਪਿਆਸ ਲੱਗੀ ਹੈ।
ਆਵਾਜ਼ ਮਾਰੀ, ਕਹਿੰਦਾ ਪੁੱਤ ਆ ਗਈ। ਤੇ ਭਾਈ ਰੂਪੇ ਨੇ ਜਦੋਂ ਆਪਣਾ ਉਹ ਪਾਣੀ ਵਾਲਾ ਕੂਨਾ ਲਾਇਆ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁੱਤ ਪਹਿਲਾਂ ਤੂੰ ਪੀ। ਕਹਿਣ ਲੱਗਾ, ਜੀ ਪੀ ਤਾਂ ਲਵਾਂਗਾ, ਪਰ ਜੇ ਤੂੰ ਪੀ ਲੈ ਨਾ ਪ੍ਰਸ਼ਾਦ ਬਣ ਜਾਏਗਾ, ਜੇ ਮੈਂ ਪੀਤਾ ਤੇ ਝੂਠਾ ਹੋ ਜਾਏਗਾ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਪਾਣੀ ਪੀ ਕੇ ਆਖਿਆ, ਸਿੱਖਾ ਖੀਸਾ ਮੇਰਾ, ਹੱਥ ਤੇਰਾ, ਤੇਰਾ ਘਰ ਮੇਰਾ ਘਰ। ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਜੇ ਜਿਹੜਾ ਪਾਣੀ ਦੇ ਘੁੱਟ ਤੇ ਗੁਰਮੁਖੋ ਸਾਰੀਆਂ ਕੰਧਾਂ ਨੂੰ ਢਾਹ ਕੇ ਸਾਡੇ ਘਰ ਨੂੰ ਆਪਣਾ ਘਰ ਤੇ ਆਪਣੇ ਘਰ ਵਿੱਚ ਸਾਨੂੰ ਪ੍ਰਵੇਸ਼ ਦਿਵਾਉਂਦਾ ਹੈ। ਉਸ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਤੇ ਆਇਆ। ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਜਿਵੇਂ ਭਾਈ ਕਟਾਰੂ ਦੀ ਪੱਤ ਰੱਖੀ, ਜਿਵੇਂ ਰਹਿਮਤ ਕਰਕੇ ਬੀਬੀ ਸੁਲੱਖਣੀ ਦੇ ਕਰਮਾਂ ਵਿੱਚ ਲਕੀਰ ਮਾਰ ਕੇ ਉਹਦੇ ਕਰਮ ਬਦਲੇ, ਅਸੀਂ ਵੀ ਤੇਰੇ ਦਰ ਦੇ ਸੇਵਕ ਹਾਂ। ਮੈਂ ਆਪਣੇ ਸਾਰਿਆਂ ਵੱਲੋਂ ਤੇਰੇ ਚਰਨਾਂ 'ਚ ਬੇਨਤੀ ਕਰਦਾ, ਜੇ ਸਾਡੇ ਕਰਮਾਂ 'ਚ ਵੀ ਫਰਕ ਹੈ ਤੇ ਆਪਣੀ ਰਹਿਮਤ ਦੀ ਕਰਮ ਸਾਡੇ ਮੱਥੇ ਤੇ ਮਾਰ ਕੇ, ਮੱਥੇ ਤੇ ਲਾ ਕੇ ਸਾਡਾ ਲੋਕ ਤੇ ਪਲੋਕ ਸੁਹੇਲਾ ਕਰੀ। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਪਾਤਸ਼ਾਹ ਇੱਥੇ ਤੇਰੇ ਥਾਂ ਤੇ ਆਏ, ਸੁਖ ਚੈਨ ਆਣਾ ਇੱਥੇ, ਜੇ ਸੁਖ ਤੇ ਚੈਨ ਆਣਾ ਕਿਰਪਾ ਕਰੀ, ਇਹ ਦਾਤ ਸਾਨੂੰ ਦੇਈ, ਇੱਥੇ ਵੀ ਸਾਨੂੰ ਇਹ ਦਾਤ ਮਿਲੇ ਤੇ ਪਲੋਕ ਵਿੱਚ ਸਾਨੂੰ ਆਪਣੇ ਚਰਨਾਂ 'ਚ ਥਾਂ ਦੀ। ਇਹ ਤੇਰੇ ਕੋਲ ਮੰਗ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।